ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਨਿਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਤਾ ਸਹਿਜ ਸੁਭਾਏ। ਬਾਣੀ ਵਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਪਾਵਣਿਆ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੀ ਰਸਨਾ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇ ਪਾਵਨ ਅੰਗ 121 ਔਰ 22 ਦੇ ਉੱਪਰ 8 ਪਦੀਆਂ ਦੇ ਰੂਪ ਵਿੱਚ ਇਹ ਪਾਵਨ ਸ਼ਬਦ ਸੁਭਾਇਮਾਨ ਹੈ, ਜਿਸ ਵਿੱਚੋਂ ਪਹਿਲੇ 4 ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ 4 ਪਦਿਆਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ। ਸਤਿਗੁਰੂ ਜੀ ਨੇ ਜੋ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਜੋ ਸਿੱਖਿਆ ਦੇ ਕੇ ਨਿਵਾਜਿਆ ਹੈ, ਉਹਦੇ ਵਿੱਚ ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਆਰਾਧਨ ਵਾਸਤੇ ਗੋਬਿੰਦ ਦੇ ਗੁਣਾਂ ਨੂੰ ਗਾਉਣ ਵਾਸਤੇ ਸਤਿਗੁਰੂ ਜੀ ਆਖ ਰਹੇ ਨੇ। ਜੋ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਗੋਬਿੰਦ ਦੇ ਗੁਣਾਂ ਨੂੰ ਗਾਉਣਾ, ਹਰੀ ਪਰਮੇਸ਼ਵਰ ਜੀ ਕੀ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਭਗਤੀ ਵਿੱਚ ਜੁੜਨਾ, ਉਹਦੀ ਆਰਾਧਨਾ ਕਰਨੀ। ਸਤਿਗੁਰੂ ਜੀ ਜ਼ਿਕਰ ਕਰ ਰਹੇ ਅੱਜ
ਪੰਜਵੇਂ ਪਦੇ ਦੀ ਆਰੰਭਤਾ ਕਰਦਿਆਂ ਹੋਇਆਂ ਕਹਿੰਦੇ ਗੁਰਮੁਖ ਭਗਤ ਜਾਂ ਆਪ ਕਰਾਏ। ਇੱਕ ਆਸਤਕ ਮਨੁੱਖ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਹੋਂਦ ਨੂੰ ਮੰਨਦਾ ਹੈ, ਰੱਬ ਦੀ ਹੋਂਦ ਨੂੰ ਮੰਨਦਾ ਹੈ, ਉਹਦੀ ਕੋਸ਼ਿਸ਼, ਉਹਦਾ ਯਤਨ ਵੀ ਹੈ ਕਿ ਮੈਂ ਰੱਬ ਦੀ ਆਰਾਧਨਾ ਵਿੱਚ, ਰੱਬ ਦੇ ਚਿੰਤਨ ਵਿੱਚ ਜੁੜਾਂ। ਜਿਹੜਾ ਰੱਬ ਦੀ ਹੋਂਦ ਮੰਨਦਾ ਉਹ ਰੱਬ ਨਾਲ ਜੁੜਨਾ ਵੀ ਚਾਹੁੰਦਾ ਹੈ, ਰੱਬ ਨੂੰ ਚੇਤੇ ਵੀ ਕਰਨਾ ਚਾਹੁੰਦਾ ਹੈ, ਔਰ ਫਿਰ ਉਹ ਦਿਨ ਰਾਤ ਕੋਸ਼ਿਸ਼ ਵੀ ਕਰਦਾ ਹੈ, ਯਤਨ ਵੀ ਕਰਦਾ ਹੈ। ਇੱਕ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਜਿਹਦੇ ਰਾਹੀਂ ਮਾਲਕ ਜੀ ਪ੍ਰਗਟਾਉਂਦੇ, ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਹੁਣ ਸਾਰੀਆਂ ਚੀਜ਼ਾਂ ਸਾਹਿਬ ਨੇ ਬੜੀਆਂ ਸਾਫ਼ ਦਈਆਂ ਆਖੀਆਂ ਕਿ ਸਾਡੀ ਜ਼ਿੰਦਗੀ ਦਾ ਆਧਾਰ ਹੈ ਉਦਮ। ਚਾਹੇ ਉਹ ਕਿਰਤ ਵਾਲੇ ਪਾਸੇ ਕਰ ਲਈਏ ਤੇ ਭਾਵੇਂ ਉਹ ਕੀਰਤ ਵਾਲੇ ਪਾਸੇ ਕਰ ਲਈਏ, ਉਦਮ ਕਰਾਂਗੇ ਤੇ ਜਿਉਵਾਂਗੇ, ਉਦਮ ਕਰਾਂਗੇ ਤੇ ਕਿਰਤ ਕਰਾਂਗੇ, ਕਿਰਤ ਕਰਾਂਗੇ ਤੇ ਪੇਟ ਭਰਾਂਗੇ, ਉਦਮ ਕਰਾਂਗੇ ਤੇ ਕੀਰਤ ਕਰਾਂਗੇ, ਕੀਰਤ ਕਰਾਂਗੇ ਤੇ ਰੱਬ ਨੂੰ ਧਿਆਵਾਂਗੇ, ਰੱਬ ਨੂੰ ਮਿਲਾਂਗੇ। ਦੋਵੇਂ ਚੀਜ਼ਾਂ ਹੀ ਉਦਮ ਦੇ ਉੱਤੇ ਖੜੋਤੀਆਂ ਨੇ, ਕਿਰਤ ਵੀ ਔਰ ਕੀਰਤ ਵੀ। ਕੀਰਤੀ ਰੱਬ ਜੀ ਕੀ ਵਡਿਆਈ, ਰੱਬ ਜੀ ਕੀ ਸ਼ੋਭਾ, ਰੱਬ ਜੀ ਕੇ ਗੁਣਾਂ ਨੂੰ ਗਾਉਣਾ, ਮਨ ਦੇ ਰਾਹੀਂ, ਮਨ ਦੇ ਨਾਲ ਅਕਾਲ ਪੁਰਖ ਨੂੰ ਧਿਆਉਣਾ, ਇਹ ਵੀ ਉਦਮ ਦੇ ਉੱਤੇ ਖੜਾ ਹੈ। ਔਰ ਫਿਰ ਹੱਥੀਂ ਦਸਾਂ ਨੌਆਂ ਦੀ ਕਿਰਤ ਕਰਨੀ, ਇਹ ਵੀ ਸਾਡੇ ਉਦਮ ਦੇ ਉੱਤੇ ਹੀ ਖੜੋਤਾ ਹੈ। ਔਰ ਗੁਰੂ ਸਾਹਿਬ ਅੱਜ ਕਹਿ ਰਹੇ, ਕਹਿੰਦੇ ਗੁਰਮੁਖ, ਗੁਰੂ ਦੇ ਰਾਹੀਂ ਭਗਤ, ਜੇ ਕੋਈ ਪ੍ਰੇਮਾ ਭਗਤੀ ਵਿੱਚ ਜੁੜਦਾ ਹੈ, ਭਗਤੀ ਵਿੱਚ ਜੁੜਨਾ ਚਾਹੁੰਦਾ ਹੈ ਜਾਂ ਭਗਤੀ ਨਾਲ ਜੁੜਦਾ ਹੈ, ਜਾਂ ਇਹਨੂੰ ਇਸ ਤਰ੍ਹਾਂ ਕਹਿ ਲਈਏ ਵੀ ਗੁਰਮੁਖਾਂ ਵਾਲੀ ਜਿਹੜੀ ਬਿਰਤੀ ਹੈ, ਗੁਰਮੁਖਾਂ ਵਾਲੀ ਜਿਹੜੀ ਮੱਤ ਹੈ ਉਹ ਪੈਦਾ ਹੁੰਦੀ ਹੈ, ਜਾਂ ਗੁਰਮੁਖਾਂ ਵਾਲਾ ਸੁਭਾਵ ਬਣਦਾ ਹੈ, ਪਰ ਉਦੋਂ ਬਣਦਾ ਹੈ ਜਾਂ ਆਪ ਕਰਾਏ, ਜਦੋਂ ਉਹ ਆਪ ਕਰਵਾਉਂਦਾ ਹੈ। ਇੱਕ ਸਤਿਗੁਰੂ ਜੀ ਕਾ ਪਾਵਨ ਬਚਨ, ਕਿਉਂਕਿ ਇੱਥੇ ਮਾਲਕ ਜੀ ਭਗਤੀ ਦਾ ਜ਼ਿਕਰ ਕਰ ਰਹੇ ਤੇ ਨਾਲ ਗੁਰਮੁਖ ਦਾ ਜ਼ਿਕਰ ਕਰ ਰਹੇ, ਔਰ ਖਿਆਲ ਰੱਖੀਏ ਇੱਕ ਗੁਰਮੁਖ ਹੀ ਹੈ ਜਿਹੜਾ ਭਗਤੀ ਵਿੱਚ ਜੁੜ ਸਕਦਾ ਹੈ। ਜਿਹੜਾ ਗੁਰੂ ਤੋਂ ਸਖਣਾ, ਗੁਰੂ ਕੇ ਮਿਲਾਪ ਤੋਂ ਸਖਣਾ ਹੈ, ਉਹ ਸ਼ਾਇਦ ਪ੍ਰੇਮਾ ਭਗਤੀ ਵਿੱਚ ਵੀ ਨਾ ਜੁੜ ਸਕੇ। ਤੇ ਜਦੋਂ ਸਾਹਿਬ ਨੇ ਭਗਤ ਦੀ ਪਰਿਭਾਸ਼ਾ ਦਿੱਤੀ, ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਸਤਿਗੁਰੂ ਜੀ ਜ਼ਿਕਰ ਕਰਦੇ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤੀ ਵਿੱਚ ਜੁੜਿਆ ਤੇ ਐਸਾ ਹੈ ਵੀ ਜਿਹਦੇ ਕੋਲ ਤਾਨ ਹੈ ਵੀ, ਬਲ ਹੈ ਵੀ, ਪਰ ਆਪਣੇ ਬਲ ਨੂੰ ਜਤਾਉਂਦਾ ਨਹੀਂ। ਮਾਣ ਹੈ, ਪ੍ਰਤਿਸ਼ਠਾ ਹੈ, ਵਡਿਆਈ ਹੈ, ਪਰ ਜਤਾਉਂਦਾ ਨਹੀਂ ਹੈ। ਅਣਹੋਂਦਾ ਕੋਲੇ ਹੈ, ਪਰ ਜਿੰਨਾ ਕੁ ਹੈ ਉਹਦੇ ਵਿੱਚੋਂ ਵੀ ਵੰਡਣ ਦੀ ਬਿਰਤੀ ਰੱਖਦਾ ਹੈ। ਆਪ ਵੰਡਾਏ, ਕੋ ਐਸਾ ਭਗਤ ਸਦਾਏ। ਕੋਈ ਐਸਾ ਹੀ ਹੈ ਜਿਹੜਾ ਭਗਤ ਜਨ ਅਖਵਾਉਂਦਾ ਜਾਂ ਭਗਤ ਜਨ ਸਦਵਾਉਂਦਾ ਹੈ। ਹੁਣ ਸਾਹਿਬ ਕਹਿੰਦੇ ਐਸੀ ਜਿਹੜੀ ਬਿਰਤੀ ਹੈ, ਐਸਾ ਜਿਹੜਾ ਸੁਭਾਵ ਹੈ, ਉਹੀ ਭਗਤੀ ਵਿੱਚ ਜੁੜੇਗਾ, ਜਾਂ ਉਹੀ ਪ੍ਰੇਮਾ ਭਗਤੀ ਵਿੱਚ ਲੱਗੇਗਾ ਜਿਹਦਾ ਐਸਾ ਸੁਭਾਵ ਹੈ ਵੀ ਮਾਣ ਵੀ ਹੈ ਪਰ ਕਦੇ ਕੀਤਾ ਨਹੀਂ, ਤਾਣ ਵੀ ਹੈ ਪਰ ਕਦੇ ਜਤਾਇਆ ਨਹੀਂ, ਕੋਲੇ ਵੰਡਣ ਨੂੰ ਹੈ ਵੀ ਨਹੀਂ। ਜਿੰਨਾ ਕੁ ਅਕਾਲ ਨੇ ਦਿੱਤਾ ਹੈ, ਪੁਰਖ ਪਰਮੇਸ਼ਵਰ ਨੇ ਦਿੱਤਾ ਹੈ, ਓਨੇ ਕੁ ਵਿੱਚੋਂ ਹੀ ਵੰਡੀ ਜਾਂਦਾ ਹੈ। ਬਿਰਤੀ ਵੰਡਣ ਦੀ ਚਾਹੀਦੀ ਹੈ ਨਾ, ਮਤ ਵੰਡਣ ਵਾਸਤੇ ਚਾਹੀਦੀ ਹੈ, ਚਿੱਤ ਵੰਡਣ ਵਾਸਤੇ, ਮਨ ਚਾਹੀਦਾ ਵੰਡਣ ਵਾਸਤੇ,
ਤੇ ਵੰਡ ਕੇ ਹਰ ਇੱਕ ਵਸਤੂ, ਹਰ ਇੱਕ ਪਦਾਰਥ ਨੂੰ ਛਕਿਆ ਜਾ ਸਕਦਾ ਜੇ ਬਿਰਤੀ ਵੰਡ ਛਕਣ ਵਾਲੀ ਹੈ। ਤੇ ਜੇ ਬਿਰਤੀ ਵੰਡ ਛਕਣ ਵਾਲੀ ਨਹੀਂ, ਫਿਰ ਜਿੰਨਾ ਮਰਜ਼ੀ ਹੋਵੇ ਨਹੀਂ ਇਨਸਾਨ ਵੰਡ ਕੇ ਛਕ ਸਕਦਾ। ਜੇ ਵੰਡ ਛਕਣ ਦੀ ਮੱਤ ਹੈ, ਬਿਰਤੀ ਹੈ, ਫਿਰ ਥੋੜੇ ਵਿੱਚੋਂ ਵੀ ਵੰਡਿਆ ਜਾਂਦਾ ਹੈ। ਜੇ ਵੰਡ ਛਕਣ ਦੀ ਮੱਤ ਨਹੀਂ, ਫਿਰ ਬਹੁਤੇ ਵਿੱਚੋਂ ਵੀ ਕਦੇ ਵੰਡ ਕੇ ਇਨਸਾਨ ਨਹੀਂ ਛਕਦਾ। ਹੁਣ ਐਸੀ ਬਿਰਤੀ, ਐਸਾ ਸੁਭਾਵ ਸਾਹਿਬ ਕਹਿੰਦੇ ਉਦੋਂ ਬਣਦਾ ਜਾਂ ਉਹ ਜੀਵ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਭਗਤੀ ਵਿੱਚ ਜੁੜਦਾ ਹੈ, ਜਿਹਨੂੰ ਉਹ ਆਪ ਕਿਰਪਾ ਕਰਕੇ ਆਪਣੇ ਨਾਲ ਜੋੜਦਾ ਹੈ। ਜਿਹਨੂੰ ਉਹਨੇ ਭਗਤੀ ਵਿੱਚ ਜੋੜਿਆ ਉਹ ਜੁੜਿਆ। ਹੁਣ ਭਗਤੀ ਵਿੱਚ ਜੁੜਨ ਲਈ ਕੀ ਚਾਹੀਦਾ ਹੈ? ਸਾਡੇ ਚੰਗੇ ਕਰਮ। ਤੇ ਚੰਗੇ ਕਰਮ ਕਿਵੇਂ ਕਰਾਂਗੇ? ਗੁਰੂ ਉਪਦੇਸ਼ ਰਾਹੀਂ, ਗੁਰੂ ਗਿਆਨ ਰਾਹੀਂ। ਕਿਉਂਕਿ ਅਕਸਰ ਨਾ ਜਦੋਂ ਰੱਬ ਜੀ ਕੀ ਕਿਰਪਾ ਦੀ ਬਾਤ ਆਉਂਦੀ ਹੈ, ਰੱਬ ਜੀ ਕੀ ਰਹਿਮਤ ਦੀ ਬਾਤ ਆਉਂਦੀ ਹੈ, ਤੇ ਗੁਰਬਾਣੀ ਵਿੱਚ ਮਾਲਕ ਪਾਤਸ਼ਾਹ ਅਕਸਰ ਜ਼ਿਕਰ ਕਰਦੇ ਕਿ ਜਿਨ੍ਹਾਂ ਉੱਤੇ ਪਰਮੇਸ਼ਵਰ ਕਿਰਪਾ ਕਰਦਾ, ਜਿਨ੍ਹਾਂ ਉੱਤੇ ਅਕਾਲ ਪੁਰਖ ਪਰਮੇਸ਼ਵਰ ਜੀ ਨੇ ਰਹਿਮਤ ਕੀਤੀ, ਜਾਂ ਜਿਹੜੇ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਬਖਸ਼ਿਸ਼ ਦੇ ਪਾਤਰ ਬਣ ਗਏ। ਤੇ ਫਿਰ ਹੁਣ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕਿ ਕਿਹੜਾ ਜੀਵ ਹੈ ਜਿਹੜਾ ਅਕਾਲ ਪੁਰਖ ਜੀ ਕੀ ਬਖਸ਼ਿਸ਼ ਦਾ ਪਾਤਰ ਬਣਦਾ? ਹਾਂ ਤੇ ਸਾਰੇ ਹੀ ਮਨੁੱਖ ਆਪਾਂ, ਪਰ ਕੀ ਅਸੀਂ ਸਾਰੇ ਹੀ ਰੱਬ ਜੀ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ? ਜਾਂ ਅਕਾਲ ਪੁਰਖ ਪਰਮੇਸ਼ਵਰ ਆਪਣੀ ਬਖਸ਼ਿਸ਼ ਕਰਨ ਲੱਗਿਆਂ ਵਿਤਕਰਾ ਕਰਦਾ ਹੈ, ਅਕਾਲ ਪੁਰਖ ਪਰਮੇਸ਼ਵਰ ਆਪਣੀ ਰਹਿਮਤ ਕਰਨ ਲੱਗਿਆਂ ਭਿੰਨਤਾ ਰੱਖਦੇ ਨੇ, ਜਾਂ ਤੇ ਇਹ ਮੰਨਣਾ ਪਏਗਾ। ਤੇ ਜਾਂ ਫਿਰ ਜਦੋਂ ਇਹਨੂੰ ਡੂੰਘਾਈ ਨਾਲ ਵਿਚਾਰਾਂਗੇ, ਕੋਈ ਨਾ ਕੋਈ ਕਾਰਨ ਤੇ ਹੋਏਗਾ ਨਾ ਵੀ ਇੱਕ ਬੰਦਾ ਕਿਰਪਾ ਦਾ ਪਾਤਰ ਬਣ ਰਿਹਾ, ਦੂਜਾ ਨਹੀਂ ਬਣ ਰਿਹਾ। ਇੱਕ ਮਨੁੱਖ ਕਿਰਪਾ ਨਾਲ, ਬਖਸ਼ਿਸ਼ ਨਾਲ ਆਪਣੀਆਂ ਝੋਲੀਆਂ ਭਰ ਰਿਹਾ, ਤੇ ਦੂਜਾ ਸਖਣੀ ਝੋਲੀ, ਪਾਟੀ ਝੋਲੀ ਲੈ ਕੇ ਤੁਰਿਆ ਫਿਰਦਾ। ਕੋਈ ਨਾ ਕੋਈ ਰੀਜ਼ਨ ਤੇ ਹੋਏਗਾ ਨਾ ਵੀ। ਜੇ ਮੰਨ ਲਓ ਜਿਵੇਂ ਇੱਕ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ, ਮਾਲਕ ਪਾਤਸ਼ਾਹ ਜੀ ਜ਼ਿਕਰ ਕਰਦੇ ਆ, ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁਣਿਆ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ ਫਲੀਐ ਫੁਲੀਐ ਬਪੁੜੇ ਭੀ ਤਨ ਵਿੱਚ ਸੁਆ। ਹੁਣ ਬੀਜਿਆ ਤੇ ਉਹ ਵੀ ਉਸੇ ਤਰ੍ਹਾਂ ਹੀ ਸੀ। ਜਾਂ ਤੇ ਹੋਵੇ ਕਿਰਸਾਨ ਨੇ ਬੀਜ ਪਾਉਣ ਲੱਗਿਆਂ ਵਿਤਕਰਾ ਕੀਤਾ ਵੀ ਮੈਂ ਭਾਈ ਆ ਤਿਲ ਦਾ ਬੀਜ ਪਾਉਣ ਲੱਗਾ, ਇਹਦੇ ਨਾਲ ਮੈਂ ਵਿਤਕਰਾ ਕਰਕੇ ਪਾਇਆ, ਇਹਨੂੰ ਬਹੁਤਾ ਡੂੰਘਾ ਕਰਕੇ ਮੈਂ ਬੀਜਣ ਲੱਗਾ ਤਾਂ ਜੋ ਇਹਦੀਆਂ ਫਲੀਆਂ ਵਿੱਚ ਸਵਾਹ ਪੈਦਾ ਹੋ ਜਾਏ। ਕਦੇ ਇਹ ਮੱਤ ਰੱਖ ਕੇ ਉਹਨੇ ਪਾਇਆ? ਉਹ ਬੀਜ ਇੱਕੋ ਬਿਰਤੀ ਨਾਲ, ਇੱਕੋ ਢੰਗ ਦੇ ਨਾਲ ਜ਼ਮੀਨ ਅੰਦਰ ਖਿਲਾਰਦਾ ਕਹਿ ਲਓ, ਜ਼ਮੀਨ ਅੰਦਰ ਬੀਜਦਾ ਕਹਿ ਲਓ। ਕਿਰਸਾਨ ਨੇ ਇੱਕੋ ਤਰੀਕਾ ਵਰਤ ਕੇ ਸਾਰੇ ਬੀਜ ਬੀਜੇ, ਸਾਰੀ ਦੀ ਸਾਰੀ ਫਸਲ ਬੀਜੀ। ਫਿਰ ਜਦੋਂ ਉਹਨਾਂ ਨੂੰ ਪਾਲਣ ਦੀ, ਉਹਨਾਂ ਨੂੰ ਸੰਭਾਲਣ ਦੀ ਵਾਰੀ ਆਈ, ਕਿਰਸਾਨ ਨੇ ਵਿਤਕਰਾ ਫਿਰ ਵੀ ਨਾ ਕੀਤਾ। ਉਹਨੇ ਫਿਰ ਉਸੇ ਤਰ੍ਹਾਂ ਸਭਨਾਂ ਦੇ ਉੱਤੇ ਜਲ ਦੀ ਸਿੰਚਾਈ ਵੀ ਸਭਨਾਂ ਨੂੰ ਉਸੇ ਢੰਗ ਨਾਲ ਦਿੱਤੀ, ਤੇ ਜਿਹੜੀ ਉਹਨਾਂ ਨੂੰ ਖਾਦ ਪਾਉਣ ਦੀ ਜ਼ਰੂਰਤ ਪਈ, ਦਵਾਈ ਪਾਉਣ ਦੀ ਜ਼ਰੂਰਤ ਪਈ, ਉਹ ਵੀ ਸਾਰਿਆਂ ਨੂੰ ਬਰਾਬਰ ਦਾ ਚੰਗੇ ਢੰਗ ਨਾਲ ਉਹਨੇ ਪਰਵਰਿਸ਼ ਕੀਤੀ। ਪਰ ਮਾਲਕ ਜੀ ਕਹਿੰਦੇ ਇੱਕ ਉਹ ਬੂਟਾ ਹੈ, ਇੱਕ ਪੌਦਾ ਉਹ ਹੈ ਜਿਹੜਾ ਫਲਿਆ ਵੀ ਹੈ, ਫੁਲਿਆ ਵੀ ਹੈ, ਪਰ ਭੀ ਤਨ ਵਿੱਚ ਸਵਾਹ, ਉਹਨੂੰ ਜਿਹੜੀਆਂ ਫਲੀਆਂ ਲੱਗੀਆਂ ਨਾ ਉਹਦੇ 'ਚ ਸਵਾਹ ਭਰੀ ਗਈ, ਉਹਦੇ 'ਚ ਤਿਲ ਨਹੀਂ ਪੈਦਾ ਹੋਏ ਜਾਂ ਉਹਦੇ ਵਿੱਚ ਤਿਲ ਨਹੀਂ ਬਣੇ, ਉਹ ਸਵਾਹ ਨਾਲ ਭਰੀ ਗਈ। ਤੇ ਜਿਹੜੀ ਸਵਾਹ ਨਾਲ ਭਰੀ ਗਈ, ਮਾਲਕ ਜੀ ਕਹਿੰਦੇ ਹੁਣ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਹੁਣ ਉਹਦੇ ਖਸਮ ਕਈ ਬਣਨ ਨੂੰ ਤਿਆਰ ਨੇ, ਮਤਲਬ ਜਿੰਨੇ ਬੀਜਿਆ ਉਹ ਲੈ ਕੇ ਜਾਣ ਨੂੰ ਤਿਆਰ ਨਹੀਂ ਹੈ, ਉਹ ਉੱਥੇ ਹੀ ਛੱਡ ਜਾਂਦਾ। ਪਰ ਇਹ ਹਾਲਾਤ ਬਣੇ ਕਦੋਂ? ਸਤਿਗੁਰੂ ਜੀ ਨੇ। ਹੁਣ ਇੱਥੇ ਤਿਲਾਂ ਦਾ ਬੂਟਾ ਇੱਕ ਸਿਰਫ ਉਦਾਹਰਣ ਤੌਰ ਤੇ ਹੈ। ਜਦੋਂ ਇਹਨੂੰ ਅਸੀਂ ਅਧਿਆਤਮ ਤੌਰ ਤੇ ਸਮਝਾਂਗੇ ਤੇ ਮਾਲਕ ਜੀ ਬੜਾ ਪਿਆਰ, ਨਾਨਕ ਗੁਰੂ ਨਾ ਚੇਤਨੀ, ਜਿਨ੍ਹਾਂ ਨੇ ਗੁਰੂ ਚੇਤੇ ਨਹੀਂ ਕੀਤਾ, ਮਨ ਆਪਣੇ ਸੁਚੇਤ, ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸੁਚੇਤ ਦੱਸ ਰਹੇ ਵੀ ਮੈਂ ਬਹੁਤ ਸਿਆਣਾ, ਮੈਂ ਬੜਾ ਸੂਝਵਾਨ ਆ, ਗੁਰੂ ਨੂੰ ਚੇਤੇ ਕੋਈ। ਗੁਰੂ ਨੂੰ ਨਹੀਂ ਸਮਝਿਆ ਸੁਚੇਤ, ਗੁਰੂ ਨੂੰ ਨਹੀਂ ਆਖਿਆ ਸਿਆਣਾ, ਆਪਣਾ ਆਪ ਗਣਾਇਆ। ਤੇ ਜਿੰਨੇ ਆਪਣਾ ਆਪ ਗਣਾਇਆ, ਮਾਲਕ ਕਹਿੰਦੇ ਬਸ ਇਉਂ ਕਹਿ ਲੋ ਫਲੀਆਂ ਫੁਲੀਆਂ ਬਪੂੜੇ ਪੀਤਨ ਵਿੱਚ। ਉਹਨਾਂ ਦੀ ਹਾਲਤ ਇਹ ਹੈ ਵੀ ਫਲੇ ਵੀ ਨੇ, ਫੁੱਲੇ ਵੀ ਨੇ, ਪਰ ਉਹ ਸਵਾਹ ਹੀ ਆਪਣੇ ਅੰਦਰ ਉਹਨਾਂ ਨੇ ਭਰੀ ਹੈ। ਉਹ ਕਿਤੇ ਬਖਸ਼ਿਸ਼ ਰੂਪ ਵਜੋਂ ਫਸਲ ਦੇ ਬੀਜ ਜਿਹੜੇ, ਜਾਂ ਇਉਂ ਕਹਿ ਲਓ ਫਲ ਰੂਪ ਵਜੋਂ ਉਹਨਾਂ ਨੂੰ ਚੰਗਾ ਫਲ ਨਹੀਂ ਮਿਲਿਆ, ਉਹ ਸਵਾਹ ਦੇ ਪਾਤਰ ਬਣੇ। ਖੈਰ,
ਅਕਾਲ ਪੁਰਖ ਪਰਮੇਸ਼ਵਰ ਰਹਿਮਤ ਕਰਨ ਲੱਗਿਆਂ ਵਿਤਕਰਾ ਨਹੀਂ ਕਰਦੇ, ਅਕਾਲ ਪੁਰਖ ਪਰਮੇਸ਼ਵਰ ਬਖਸ਼ਿਸ਼ ਕਰਨ ਲੱਗਿਆਂ ਵਿਤਕਰਾ ਨਹੀਂ ਕਰਦੇ। ਉਹ ਰਹਿਮਤ ਸਭਨਾਂ ਉੱਤੇ ਇੱਕੋ ਜਿਹੀ ਵਰਤਾ ਰਹੇ, ਕਿਸੇ ਉੱਤੇ ਕੋਈ ਬਹੁਤੀ ਨਹੀਂ, ਕਿਸੇ ਉੱਤੇ ਕੋਈ ਘੱਟ ਨਹੀਂ। ਬਸ ਇਉਂ ਕਹਿ ਲਈਏ ਜੀਵ ਦੇ ਆਪਣੇ ਕਰਮ ਨੇ ਜਿਹੜੇ ਇਹਨੂੰ ਬਖਸ਼ਿਸ਼ ਦਾ ਪਾਤਰ ਬਣਾਉਂਦੇ ਨੇ। ਜਿੰਨੇ ਤੇ ਚੰਗੇ ਕਰਮ ਕੀਤੇ ਉਹ ਰੱਬ ਦੇ ਦਰ ਤੇ ਪ੍ਰਵਾਨਿਆ ਗਿਆ, ਤੇ ਜਿਹੜਾ ਆਪਣੀ ਜ਼ਿੰਦਗੀ ਵਿੱਚ ਆਪਣੇ ਕਰਮ ਹੀ ਚੰਗੇ ਨਾ ਕਰ ਸਕਿਆ ਉਹ ਕਦੇ ਰੱਬ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣਦਾ। ਸਾਡੇ ਕਰਮ ਜਿਹੜੇ ਨੇ ਉਹ ਸਾਨੂੰ ਕਿਰਪਾ ਦਾ ਪਾਤਰ ਬਣਾਉਂਦੇ ਨੇ। ਸਾਡੇ ਕਰਮ ਨੇ ਜਿਹੜੇ ਸਾਨੂੰ ਕਿਰਪਾ ਤੋਂ ਸਖਣਿਆ ਰੱਖਦੇ ਨੇ। ਇਹਦੇ ਵਿੱਚ ਰੱਬ ਨੇ ਵਿਤਕਰਾ ਨਹੀਂ ਕੀਤਾ, ਸਾਡੇ ਆਪਣੇ ਕਰਮਾਂ ਨੇ ਵਿਤਕਰਾ ਕਰਾਇਆ। ਅਸੀਂ ਕੀ ਕਮਾ ਰਹੇ ਹਾਂ, ਅਸੀਂ ਬਿਰਤੀ ਕਿੱਦਾਂ ਦੀ ਰੱਖ ਰਹੇ ਹਾਂ, ਅਸੀਂ ਮੱਤ ਕਿੱਦਾਂ ਦੀ ਧਾਰਨ ਕੀਤੀ ਹੈ। ਭਲੀ ਮੱਤ ਧਾਰਨ ਕੀਤੀ ਹੈ ਰੱਬ ਦੀ ਬਖਸ਼ਿਸ਼ ਮਿਲੇਗੀ, ਤੇ ਜੇ ਅਸੀਂ ਮੰਦੀ ਮੱਤ ਧਾਰਨ ਕੀਤੀ ਹੈ ਤੇ ਬਖਸ਼ਿਸ਼ ਤੋਂ ਸਖਣੇ ਰਹਿ ਜਾਾਂਗੇ। ਗੁਰੂ ਸਾਹਿਬ ਕਹਿੰਦੇ ਗੁਰੂ ਪਾਤਸ਼ਾਹ ਜੀ ਵਾਲੀ ਜਿਹੜੀ ਗੁਰਮੁਖਾਂ ਵਾਲਾ ਜਿਹੜਾ ਸੁਭਾਵ ਹੈ, ਰੱਬ ਜੀ ਦੀ ਪ੍ਰੇਮਾ ਭਗਤੀ ਦਾ ਜਿਹੜਾ ਸੁਭਾਵ ਹੈ, ਉਹ ਉਦੋਂ ਹੀ ਬਣਦਾ ਹੈ ਜਦੋਂ ਪਰਮੇਸ਼ਵਰ ਆਪ ਬਖਸ਼ਦਾ ਹੈ, ਆਪ ਕਰਵਾਉਂਦਾ। ਉਦੋਂ ਜੀਵ ਭਗਤੀ ਵਿੱਚ ਜੁੜਦਾ ਹੈ। ਤਨ ਮਨ ਰਾਤਾ, ਫਿਰ ਉਹਨਾਂ ਦਾ ਤਨ ਔਰ ਮਨ ਜਿਹੜਾ ਹੈ ਉਹ ਰਤਿਆ ਜਾਂਦਾ ਹੈ ਸਹਿਜ ਸੁਭਾਏ, ਕੁਦਰਤੀ ਤੌਰ ਉੱਤੇ, ਸੁਭਾਵਕ ਤੌਰ ਉੱਤੇ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਵਿੱਚ ਬਾਣੀ ਵੱਜੈ। ਫਿਰ ਕਹਿੰਦੇ ਰਾਗ ਦੀ ਜਿਹੜੀ ਸੁਰਤ ਨਿਕਲਦੀ ਹੈ ਜਾਂ ਸ਼ਬਦ ਵਜਾਉਣ ਦੇ ਨਾਲ, ਮਤਲਬ ਬਾਣੀ ਜਿਹੜੀ ਉਹ ਵੱਜਦੀ ਹੈ। ਬਾਣੀ ਵੱਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਪਾਵਣਿਆ। ਤੇ ਫਿਰ ਜੀਵ ਦੀ ਕੀਤੀ ਹੋਈ ਜਿਹੜੀ ਭਗਤੀ ਹੈ ਉਹ ਪ੍ਰਵਾਨ ਹੁੰਦੀ ਹੈ, ਜੀਵ ਦੀ ਕੀਤੀ ਹੋਈ ਭਗਤੀ ਕਬੂਲ ਪੈ ਜਾਂਦੀ ਹੈ ਗੁਰੂ ਦਰ ਉੱਤੇ, ਜਿਹੜਾ ਉਸ ਅਕਾਲ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ। ਮਾਇਆ ਕਾਰਨ ਪਿੜ ਬੰਦ ਨਾਚੈ, ਦੂਜੈ ਪਾਏ ਦੁਖ ਪਾਵਣਿਆ। ਫਿਰ ਸਤਿਗੁਰੂ ਜੀ ਨੇ ਅਗਲੇ ਪਦੇ 'ਚ ਜ਼ਿਕਰ ਕੀਤਾ, ਕਹਿੰਦੇ ਬਹੁ ਤਾਲ ਪੂਰੇ, ਬੜੇ ਤਾਲ ਪੂਰਦਾ, ਵਾਜੇ ਵਜਾਏ, ਵਾਜੇ ਵੀ ਬੜੇ ਵਜਾਉਂਦਾ। ਮਤਲਬ ਇੱਥੇ ਆਪਾਂ ਕਹਿ ਸਕਦੇ ਹਾਂ, ਕਿਉਂਕਿ ਗੱਲ ਗੁਰਮੁਖ ਦੀ ਬਿਰਤੀ ਵਾਲੀ ਔਰ ਅਕਾਲ ਪੁਰਖ ਜੀ ਕੀ ਭਗਤੀ ਵਾਲੀ ਚੱਲ ਰਹੀ। ਹੁਣ ਭਗਤੀ ਕਰਨ ਵਾਲੇ ਵੀ ਦੋ ਤਰ੍ਹਾਂ ਦੇ ਨੇ। ਇੱਕ ਤੇ ਭਗਤੀ ਕਰਨ ਵਾਲੇ ਉਹ ਨੇ ਜਿਨ੍ਹਾਂ ਦੀ ਆਪਾਂ ਬਾਤ ਕਰਦੇ ਆ ਰਹੇ ਹਾਂ, ਵੀ ਜਿਨ੍ਹਾਂ ਨੇ ਗੁਰਮੁਖਾਂ ਵਾਲਾ ਸੁਭਾਵ ਧਾਰਨ ਕਰ ਲਿਆ, ਜਿਹੜੇ ਰੱਬ ਦੀ ਕਿਰਪਾ ਦਾ ਪਾਤਰ ਬਣ ਗਏ। ਹੁਣ ਇੱਕ ਉਹ ਹੈ ਜਿਹੜੇ ਭਗਤੀ ਕਰ ਰਹੇ ਨੇ, ਇਹ ਨਹੀਂ ਵੀ ਉਹ ਭਗਤੀ ਨਹੀਂ ਕਰ ਰਹੇ, ਭਗਤੀ ਕਰ ਰਹੇ ਨੇ, ਪਰ ਉਹਨਾਂ ਦਾ ਮਨ ਨਹੀਂ ਜੁੜਿਆ ਭਗਤੀ ਦੇ ਵਿੱਚ, ਜਾਂ ਇਉਂ ਕਹਿ ਲਓ ਉਹਨਾਂ ਦੀ ਭਗਤੀ ਹੈ ਸਿਰਫ ਲੋਕ ਵਿਖਾਵੇ ਵਾਸਤੇ, ਵੀ ਲੋਕ ਕਹਿਣ ਬੜਾ ਵੱਡਾ ਭਗਤ ਹੈ, ਲੋਕ ਕਹਿਣ ਬੜਾ ਚੰਗਾ ਹੈ, ਬਸ ਇਸੇ ਤੱਕ ਸੀਮਤ ਨੇ। ਉਹ ਉਦੋਂ ਅਗਾਂਹ ਸੋਚ, ਜਿਹੜਾ ਇਨਸਾਨ ਇੱਥੋਂ ਤੱਕ ਸੀਮਤ ਹੋ ਜਾਂਦਾ ਨਾ ਵੀ ਲੋਕ ਕਹਿਣ ਚੰਗਾ ਹੈ, ਉਹ ਕਦੇ ਰੱਬ ਦੀਆਂ ਨਜ਼ਰਾਂ 'ਚ ਚੰਗਾ ਨਹੀਂ ਬਣ ਸਕਿਆ। ਜਦੋਂ ਅਸੀਂ ਇੱਥੋਂ ਤੱਕ ਸੰਤੁਸ਼ਟ ਹੋ ਗਏ ਨਾ ਵੀ ਲੋਕ ਚੰਗਾ ਕਹੀ ਜਾਂਦੇ ਬਹੁਤ ਹੈ, ਆਪਾਂ ਇਦੋਂ ਵੱਧ ਕੇ ਕੀ ਲੈਣਾ, ਲੋਕ ਕਹੀ ਜਾਂਦੇ ਨੇ ਵੀ ਭਲਾ ਹੈ, ਜਦੋਂ ਇੱਥੇ ਸੈਟਿਸਫੈਕਸ਼ਨ ਹੋ ਜਾਂਦੀ ਹੈ, ਇਨਸਾਨ ਸੈਟਿਸਫਾਈ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ, ਉਹਨੇ ਕਦੇ ਸੋਚਿਆ ਹੀ ਨਹੀਂ ਵੀ ਮੈਂ ਰੱਬ ਨੂੰ ਵੀ ਚੰਗਾ ਲੱਗਣਾ, ਰੱਬ ਨੂੰ ਵੀ ਮੈਂ ਪਾਉਣਾ। ਹੁਣ ਰੱਬ ਨੂੰ ਪਾਉਣ ਵਾਸਤੇ ਤੇ ਸੰਸਾਰ ਨੂੰ ਪਾਉਣ ਵਾਸਤੇ ਰਸਤਾ ਵੱਖਰਾ ਵੱਖਰਾ ਹੈ, ਮਾਰਗ ਵੱਖਰਾ ਵੱਖਰਾ ਹੈ। ਰੱਬ ਨੂੰ ਪਾਉਣ ਦਾ ਮਾਰਗ ਵੱਖਰਾ ਹੈ, ਸੰਸਾਰ ਨੂੰ ਚੰਗੇ ਲੱਗਣ ਦਾ ਰਾਹ ਵੱਖਰਾ ਹੈ। ਤੇ ਜਿਹੜਾ ਸੰਸਾਰ ਨੂੰ ਚੰਗੇ ਲੱਗਣ ਦੇ ਰਾਹ ਤੇ ਤੁਰ ਪਿਆ, ਉਹ ਤੇ ਸੰਸਾਰ ਨੂੰ ਚੰਗਾ ਲੱਗਣ ਲੱਗ ਗਿਆ, ਉਹ ਆਪਣੀ ਮੰਜ਼ਿਲ ਤੱਕ ਜਿਹੜੀ ਉਹਨੇ ਮਿੱਥੀ ਸੀ ਉੱਥੇ ਤੱਕ ਪਹੁੰਚ ਗਿਆ, ਲੋਕ ਚੰਗਾ ਕਹਿ ਰਹੇ ਨੇ। ਤੇ ਇੱਕ ਇਨਸਾਨ ਉਹ ਹੈ ਜਿਹੜਾ ਕਹਿੰਦਾ ਵੀ ਲੋਕ ਭਾਵੇਂ ਜੋ ਮਰਜ਼ੀ ਕਹੀ ਜਾਣ, ਚੰਗਾ ਕਹਿਣ, ਮਾੜਾ ਕਹਿਣ, ਭਲਾ ਕਹਿਣ, ਬੁਰਾ ਕਹਿਣ,
ਲੋਕਾਂ ਦੀ ਪਰਵਾਹ ਨਹੀਂ, ਮੇਰੀ ਮੰਜ਼ਿਲ ਹੈ ਮੈਂ ਅਕਾਲ ਪੁਰਖ ਪਰਮੇਸ਼ਵਰ ਨੂੰ ਪਾਉਣਾ। ਤੇ ਜਿਹੜਾ ਇਸ ਮੰਜ਼ਿਲ ਨੂੰ ਮਿੱਥ ਕੇ ਚੱਲਿਆ ਨਾ, ਉਹ ਕਦੇ ਰਾਹ ਵਿੱਚ ਨਹੀਂ ਫਿਰ ਰੁਕਿਆ। ਉਹਨੂੰ ਲੋਕ ਚੰਗਾ ਕਹੀ ਜਾਣ, ਉਹਨੇ ਤਾਂ ਪਰਵਾਹ ਨਹੀਂ ਕੀਤੀ, ਲੋਕ ਮਾੜਾ ਕਹੀ ਜਾਣ, ਉਹਨੇ ਤਾਂ ਪਰਵਾਹ ਨਹੀਂ ਕੀਤੀ। ਉਹਦੀ ਇੱਛਾ, ਉਹਦੀ ਭਾਵਨਾ ਇੱਕ ਹੈ ਵੀ ਮੈਂ ਰੱਬ ਨੂੰ ਪਾਉਣਾ, ਰੱਬ ਨੂੰ ਚੰਗਾ ਲੱਗਣਾ, ਉਹਦੀ ਮੰਜ਼ਿਲ ਇਹ ਹੈ। ਤੇ ਉਦੋਂ ਤੱਕ ਉਹ ਸੰਤੁਸ਼ਟ ਨਹੀਂ ਹੋਏਗਾ, ਉਹਨਾਂ ਚਿਰ ਉਹ ਸੈਟਿਸਫਾਈ ਨਹੀਂ ਹੋਏਗਾ ਜਿੰਨਾ ਚਿਰ ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਭਾ ਨਹੀਂ ਜਾਂਦਾ, ਚੰਗਾ ਨਹੀਂ ਲੱਗ ਜਾਂਦਾ। ਸਤਿਗੁਰੂ ਕਹਿੰਦੇ ਹੁਣ ਬਾਤ ਮਾਲਕ ਨੇ ਉਹਨਾਂ ਦੀ ਕੀਤੀ ਜਿਹੜੇ ਲੋਕਾਂ ਨੂੰ ਲੋਕ ਵਿਖਾਵੇ ਵਾਸਤੇ ਜਿਹੜੇ ਚੱਲ ਰਹੇ। ਕਹਿੰਦੇ ਬਹੁਤ ਤਾਲ ਪੂਰੇ, ਬੜੇ ਤਾਲ ਪੂਰ ਰਹੇ ਨੇ, ਵਾਜੇ ਵਜਾਏ ਔਰ ਬੜੇ ਤਰ੍ਹਾਂ ਦੇ ਉਹ ਕਰਮ ਵੀ ਕਰੀ ਜਾਂਦੇ। ਨਾ ਕੋ ਸੁਣੇ ਨਾ ਮਨ ਵਸਾਏ, ਪਰ ਨਾ ਉਹਨੇ ਕਦੇ ਸੁਣਿਆ ਤੇ ਨਾ ਮਨ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ। ਹੁਣ ਇੱਥੇ ਖਿਆਲ ਕਰੋ, ਸਤਿਗੁਰੂ ਨੇ ਜ਼ਿਕਰ ਗਾਉਣ ਵਾਲਿਆਂ ਦਾ ਕੀਤਾ, ਸੋਹਣੀ ਆਵਾਜ਼ ਵਾਲਿਆਂ ਦਾ ਕੀਤਾ, ਪਰ ਮਾਲਕ ਜੀ ਕਹਿੰਦੇ ਜੇ ਪ੍ਰੇਮ ਨਹੀਂ ਨਾ ਤੇ ਫਿਰ ਤੁਹਾਡਾ ਗਾਉਣਾ, ਉੱਚੇ ਸੁਰਾਂ ਵਿੱਚ ਅਲਾਪਣਾ, ਇਹ ਸਾਰਾ ਕੁਝ ਬਾਅਦ ਚਲਾ ਜਾਏਗਾ। ਬਾਪੂ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਪ੍ਰਸੰਨ ਕਿਹਨੂੰ ਕਰਨਾ ਸੀ? ਰੱਬ ਜੀ ਨੂੰ। ਪਰ ਨਹੀਂ ਹਰ ਹਰ ਭੀਜੈ RAM ਰਾਜੇ। ਹੁਣ ਕਾਰਨ ਕੀ ਹੈ? ਰੱਬ ਜੀ ਪ੍ਰਸੰਨ ਨਹੀਂ ਹੋਏ, ਰੱਬ ਜੀ ਕਿਰਪਾਲੂ ਨਹੀਂ ਹੋਏ। ਉਹਨਾਂ ਦੇ ਕਿਰਪਾਲੂ ਨਾ ਹੋਣ ਦਾ ਕਾਰਨ ਕੀ ਹੈ? ਕਹਿੰਦੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਹੁਣ ਰੱਬ ਤੇ ਪ੍ਰਸੰਨ ਤਾਂ ਹੁੰਦਾ ਨਾ ਜੇ ਮੈਂ ਕਪਟ ਵਿਕਾਰ ਛੱਡਦਾ, ਪਰ ਮੈਂ ਤਾਂ ਸ਼ੁਰੂ ਹੀ ਕਪਟ ਵਿਕਾਰ ਤੋਂ ਕਰਦਾ। ਜਦੋਂ ਅਕਾਲ ਦੀ ਭਗਤੀ ਦੀ ਬਾਤ ਆਉਂਦੀ ਹੈ, ਅਕਾਲ ਤੇ ਪ੍ਰਸੰਨ ਤਾਂ ਹੁੰਦੇ ਜੇ ਮੇਰੇ ਅੰਦਰ ਪ੍ਰੇਮ ਹੁੰਦਾ, ਮੇਰੇ ਅੰਦਰ ਪਿਆਰ ਹੁੰਦਾ ਵੀ ਰੱਬ ਜੀ ਤੁਹਾਡੀ ਪ੍ਰੇਮਾ ਭਗਤੀ ਵਿੱਚ ਜੁੜਨ ਲੱਗਾ, ਕਿਰਪਾ ਕਰਿਓ ਮਨ ਕਪਟ ਔਰ ਵਿਕਾਰ ਤੋਂ ਪਾਸੇ ਹੋ ਕੇ ਤੁਹਾਡੇ ਨਾਲ ਜੁੜੇ। ਚਾਹੀਦਾ ਤੇ ਇਹ ਸੀ, ਪਰ ਅਕਾਲ ਜੀ ਅੱਗੇ ਅਰਜ਼ੋਈ ਤੇ ਕੀ ਕਰਨੀ ਹੈ, ਰੱਬ ਅੱਗੇ ਅਰਦਾਸ ਤੇ ਕੀ ਕਰਨੀ ਹੈ? ਮਨ ਸ਼ੁਰੂ ਹੀ ਇੱਥੋਂ ਹੋਇਆ ਜਿੱਥੇ ਕਪਟ ਔਰ ਵਿਕਾਰ ਹੈ। ਮਨ ਵਿਕਾਰਾਂ ਨੂੰ ਨਹੀਂ ਛੱਡ ਸਕਿਆ, ਮਨ ਵਿਕਾਰੀ ਵਿਹੜਿਆ, ਸਾਰਾ ਵਿਕਾਰਾਂ ਦੇ ਵਿੱਚ ਤੇ ਵਿਹੜਿਆ ਪਿਆ। ਹੁਣ ਜਿਹੜਾ ਮਨ ਵਿਕਾਰਾਂ ਵਿੱਚ ਵਿਹੜਿਆ, ਖਿਆਲ ਕਰਿਓ ਉਹ ਕਪਟੀ ਵੀ ਜ਼ਰੂਰ ਹੋਏਗਾ, ਉਹ ਕਪਟ ਬੜੇਗਾ। ਕਪਟ ਦਾ ਮਤਲਬ ਫਰੇਬ ਕਰਨਾ, ਛਲ ਕਰਨਾ। ਤੇ ਜਿਹੜਾ ਮਨ ਕੁਝ ਹੋਰ ਕਹਿ ਰਿਹਾ, ਮੁੱਖ ਕੁਝ ਹੋਰ ਕਹਿ ਰਿਹਾ, ਅਸੀਂ ਉਹਨੂੰ ਕੀ ਕਵਾਂਗੇ? ਕਪਟ ਹੀ ਕਵਾਂਗੇ ਨਾ, ਛਲ ਹੀ ਕਵਾਂਗੇ, ਫਰੇਬ ਕਵਾਂਗੇ। ਹੁਣ ਜ਼ੁਬਾਨ ਮੁੱਖ ਕਹਿ ਰਿਹਾ ਰੱਬ ਜੀ ਦੀ ਪ੍ਰੇਮਾ ਭਗਤੀ ਦੇ ਗੁਣ ਗਾ ਰਿਹਾ, ਤੇ ਮਨ ਅੰਦਰੋਂ ਅੰਦਰ ਕੁਝ ਹੋਰ ਕਰੀ ਜਾਂਦਾ। ਤੇ ਗੁਰੂ ਬਾਬਾ ਜੀ ਕੀ ਕਹਿ ਰਹੇ? ਕਹਿੰਦੇ ਮਾਇਆ ਕਾਰਨ ਪੇੜ ਬੰਧ ਨਾਚੈ। ਮਾਇਆ ਦੇ ਕਰਕੇ ਕੀ ਕਰ ਰਿਹਾ? ਪੇੜ ਬੰਧ ਨਾਚੈ। ਪੇੜ ਬਣ ਕੇ ਐ ਇਕੱਠੇ ਹੋ ਕੇ ਸਾਰੇ ਸਮੂਹ ਬਣਾ ਬਣਾ ਕੇ ਨਾਚ ਕਰਦੇ। ਠੀਕ ਉਸੇ ਤਰ੍ਹਾਂ ਜਿਵੇਂ ਆਸਾ ਕੀ ਵਾਰ ਚ ਬਾਪੂ ਜੀ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੈ ਧਰਤੀ ਨਾਲ। ਜਿਹਨੂੰ ਸਾਹਿਬ ਵਾਇਣ ਚੇਲੇ, ਵਾਇਣ ਚੇਲੇ ਨੱਚਣ ਗੁਰ, ਪੈਰ ਹਿਲਾਇਣ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੈ ਧਰਤੀ ਨਾਲ। ਪ੍ਰੇਮ ਕਿੱਥੇ ਹੈ? ਵਾਇਣ ਚੇਲੇ, ਚੇਲੇ ਵਾਜੇ ਵਜਾ ਰਹੇ, ਨੱਚਣ ਗੁਰ। ਫਿਰ ਸਾਹਿਬ ਕਹਿੰਦੇ ਪੈਰ ਹਿਲਾਇਣ ਫੇਰਨ ਸਿਰ, ਪੈਰ ਵੀ ਹੁਣ ਜਿਵੇਂ ਜਿਵੇਂ ਤਾਲ ਵੱਜੇਗੀ ਨੱਚਣ ਵਾਲੇ ਨੇ ਤੇ ਉਦਾਂ ਹੀ ਨੱਚਣਾ ਨਾ। ਪੈਰ ਹਿਲਾਇਣ, ਉਹ ਪੈਰ, ਗੁਰੂ ਨੱਚ ਰਿਹਾ, ਚੇਲੇ ਵਾਜੇ ਵਜਾ ਰਹੇ। ਫੇਰਨ ਸਿਰ, ਫਿਰ ਸਿਰ ਘੁਮਾ ਘੁਮਾ ਵਿਖਾਉਂਦੇ। ਉੱਡ ਉੱਡ ਰਾਵਾ ਝਾਟੈ। ਹੁਣ ਜਦੋਂ ਨਾਚ ਕਰਨਗੇ ਤੇ ਸੁਭਾਵਕ ਜਿਹੀ ਗੱਲ ਹੈ, ਪੈਰਾਂ ਨਾਲ ਕੀ ਉੱਡੇਗਾ? ਰਾਵਾ। ਰਾਵਾ ਮਤਲਬ ਮਿੱਟੀ, ਖੇ। ਉੱਡ ਉੱਡ ਰਾਵਾ ਝਾਟੈ, ਇੱਥੇ ਝਾਟੈ ਲਫ਼ਜ਼ ਵਰਤਿਆ ਗਿਆ ਸਿਰ ਵਾਸਤੇ। ਖਿਆਲ ਕਰਿਓ, ਇਹ ਠੇਠ ਪੰਜਾਬੀ ਬੋਲੀ ਹੈ। ਜਦੋਂ ਕਿਸੇ ਦੇ ਕੇਸ ਖਿਲ ਰਹੇ ਹੋਣ ਨਾ, ਤੇ ਉਹਨੂੰ ਪਤਾ ਕੀ ਝਾਟਾ ਖਿਲਾ ਰਿਹਾ ਤੂੰ, ਇਹ ਲਫ਼ਜ਼ ਆਮ ਵਰਤਿਆ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਉੱਡ ਉੱਡ ਰਾਵਾ ਝਾਟੈ ਪਾਏ। ਹੁਣ ਮਿੱਟੀ ਉੱਡ ਉੱਡ ਕੇ ਕੇਸਾਂ 'ਚ ਪੈਰੀ ਕੀ ਬਣਾ ਲਿਆ? ਤੇ ਲੋਕੀ ਕੀ ਕਰ ਰਹੇ? ਵੇਖਿਆ ਲੋਕ
ਹੱਸੇ ਘਰ ਜਾਏ। ਲੋਕੀ ਵੇਖ ਵੇਖ ਹੱਸ ਹੱਸ ਤੁਰੇ ਜਾਂਦੇ ਵੀ ਆਹ ਕੀ ਮੂਰਖ ਬਣਿਆ। ਜਦੋਂ ਕੋਈ ਬੰਦਾ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਰੀਜ਼ਨ ਤੋਂ ਨਾਚ ਕਰੇ, ਸਿਰ ਘੁਮਾਈ ਜਾਏ ਤੇ ਉੱਡ ਉੱਡ ਕੇ ਮਿੱਟੀ ਸਿਰ 'ਚ ਪਈ ਜਾਏ, ਜਾਂ ਆਪਦੇ ਸਿਰ 'ਚ ਆਪੇ ਹੀ ਮਿੱਟੀ ਪਾਈ ਜਾਏ, ਤੇ ਲੋਕੀ ਕੀ ਕਹਿਣ? ਵੇਖਿਆ ਲੋਕ ਵੇਖਣਗੇ ਤੇ ਵੇਖ ਕੇ ਹੱਸ ਕੇ ਤੁਰੇ ਜਾਣਗੇ ਵੀ ਆਹ ਵੀ ਵੇਖ ਲਓ ਇੱਕ ਭਾਈ ਆ ਵੀ ਨਾਚ ਕਰਦਾ, ਇਹ ਵੀ ਆਪਣੇ ਆਪ ਨੂੰ ਰੱਬ ਦਾ ਭਗਤ ਸਦਾਉਂਦਾ। ਵੇਖਿਆ ਲੋਕ ਹੱਸੇ ਘਰ ਜਾਏ। ਹੁਣ ਬਾਪੂ ਜੀ ਕਹਿੰਦੇ ਇੱਥੇ ਪ੍ਰੇਮਾ ਭਗਤੀ ਨਹੀਂ ਹੈ, ਪ੍ਰੇਮ ਨਹੀਂ ਕਿਤੇ ਵੀ। ਇੱਥੇ ਕੀ ਹੈ? ਰੋਟੀਆਂ ਕਾਰਨ ਪੂਰੇ ਤਾਲ। ਇੱਥੇ ਆਹ ਮਤਲਬ ਹੈ ਵੀ ਆਹ ਕੰਮ ਕਰਕੇ 4 ਟਕੇ ਜੁੜ ਜਾਂਦੇ ਨੇ ਲੋਕ, ਸਾਧੂ ਕਹਿ ਕੇ, ਲੋਕ ਭਗਤ ਕਹਿ ਕੇ ਤੇ ਮਾਇਆ ਦੇ ਜਾਂਦੇ। ਗੱਲ ਰੋਟੀਆਂ ਕਾਰਨ ਪੂਰੇ ਤਾਲ। ਪਰ ਗੱਲ ਤੇ ਢਿੱਡ ਦੀ ਹੈ, ਗੱਲ ਤੇ ਪੇਟ ਦੀ ਹੈ ਵੀ ਜੇ ਕੰਮ ਨਹੀਂ ਕਰਦੇ ਤੇ ਪੇਟ ਨਹੀਂ ਭਰਦਾ। ਫਿਰ ਆਪ ਪਛਾੜੇ ਧਰਤੀ ਨਾਲ। ਕਹਿੰਦੇ ਏਦਾਂ ਦੇ ਹਾਲਾਤ ਵੀ ਆਪਣੇ ਆਪ ਨੂੰ ਚੁੱਕ ਚੁੱਕ ਕੇ ਆਪਣੀ ਧਰਤੀ ਨਾਲ ਮਾਰਦੇ। ਗਾਵਣ ਗੋਪੀਆਂ, ਗਾਵਣ ਕਾਣ, ਗਾਵਣ ਸੀਤਾ, ਰਾਜੇ ਰਾਮ। ਇਹ ਸਾਰੇ ਦੇ ਸਾਰੇ ਹਾਲਾਤਾਂ ਨੂੰ ਅੱਜ ਕੀ ਕਹਿ ਰਹੇ? ਮਾਇਆ ਕਾਰਨ। ਮਾਲਕ ਜੀ ਕਹਿੰਦੇ ਮਾਇਆ ਵਾਸਤੇ ਪਿੜ ਬੰਦ ਨਾਚੈ, ਇਕੱਠੇ ਹੋ ਕੇ ਨਾਚ ਕਰਦੇ। ਦੂਜੇ ਭਾਏ ਦੁੱਖ ਪਾਵਣਿਆ। ਪ੍ਰੇਮ ਨਹੀਂ ਹੈ, ਸਿਰਫ ਮਾਇਆ ਪ੍ਰਤੀ ਪ੍ਰੇਮ ਹੈ, ਮਾਇਆ ਪ੍ਰਤੀ ਪਿਆਰ ਹੈ, ਜਿਸ ਕਰਕੇ ਦੂਜੇ ਭਾਏ ਵਿੱਚ ਫਸੇ ਹੋਏ ਦੁੱਖ ਪਾਵਣੇ। ਦੁੱਖ ਪਾਉਂਦੇ ਨੇ, ਭਗਤੀ ਤੇ ਨਹੀਂ ਹੈ ਨਾ। ਇਹਦੇ 'ਚ ਕੋਈ ਅਤਕਥਨੀ ਨਹੀਂ ਹੈ ਕਿ ਜਦੋਂ ਜੀਵ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਆਪਣਾ ਆਪਾ ਜੋੜਦਾ ਹੈ, ਮਤਲਬ ਜਦੋਂ ਪ੍ਰਭੂ ਜੀ ਨਾਲ ਆਪਣਾ ਆਪਾ ਜੋੜ ਲੈਂਦਾ ਹੈ, ਉਹਦੀ ਪ੍ਰੇਮਾ ਭਗਤੀ ਵਿੱਚ ਭਿੱਜ ਜਾਂਦਾ ਹੈ ਤੇ ਉਸ ਸੰਸਾਰ ਤੋਂ ਉਪਰਾਮ ਹੋ ਜਾਂਦਾ। ਇਹਦੇ 'ਚ ਕੋਈ ਅਤਕਥਨੀ ਨਹੀਂ। ਪਰ ਉਹ ਰੱਬ ਦੇ ਬਣਾਏ ਨਿਯਮਾਂ ਦੇ ਕਦੇ ਖਿਲਾਫ ਨਹੀਂ ਚੱਲਦਾ। ਜਿਹੜਾ ਭਗਤ ਹੈ ਨਾ, ਉਹ ਤੇ ਰੱਬ ਦੇ ਬਣਾਏ ਨਿਯਮਾਂ ਅਨੁਸਾਰ ਚੱਲਦਾ। ਉਹ ਰੱਬ ਦੀਆਂ ਦਿੱਤੀਆਂ ਦਾਤਾਂ ਦੀ ਕਦੇ ਬੇਅਦਬੀ ਨਹੀਂ ਕਰਦਾ, ਰੱਬ ਦੀਆਂ ਦਿੱਤੀਆਂ ਬਖਸ਼ਿਸ਼ਾਂ ਦਾ ਸਤਿਕਾਰ ਕਰਦਾ, ਅਦਬ ਕਰਦਾ। ਭਗਤ ਦੀ ਨਿਸ਼ਾਨੀ। ਤੇ ਜਿਹੜਾ ਰੱਬ ਦੀਆਂ ਦਿੱਤੀਆਂ ਦਾਤਾਂ ਦੀ ਬੇਕਦਰੀ ਕਰੇ, ਇਹਦਾ ਮਤਲਬ ਅਜੇ ਪ੍ਰੇਮਾ ਭਗਤੀ ਵਿੱਚ ਨਹੀਂ ਜੁੜਿਆ। ਗੱਲ ਤੇ ਅਜੇ ਤੱਕ ਲੋਕ ਵਿਖਾਵੇ ਵਾਸਤੇ ਹੀ ਹੈ, ਇੱਥੋਂ ਕੁ ਤੱਕ ਹੀ ਸੀਮਤ ਹੈ। ਤੇ ਗੁਰੂ ਸਾਹਿਬ ਜੀ ਆਖਦੇ ਮਾਇਆ ਕਾਰਨ ਪਿੜ ਬੰਦ ਨਾਚੈ, ਦੂਜੇ ਭਾਏ ਦੁੱਖ ਪਾਵਣਿਆ। ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸਚ ਸੰਜਮ ਜੁਗਤਾ। ਗੁਰ ਕੈ ਸ਼ਬਦ ਸਦਾ ਹਰਿ ਧਿਆਏ, ਇਹਾ ਭਗਤ ਹਰ ਭਾਵਣਿਆ। ਹੁਣ ਸਤਿਗੁਰੂ ਜੀ ਦੱਸਦੇ ਵੀ ਜਿਨ੍ਹਾਂ ਦੇ ਅੰਦਰ ਪ੍ਰੀਤ ਲੱਗ ਜਾਂਦੀ ਹੈ ਉਹਨਾਂ ਦਾ ਜੀਵਨ ਕੈਸਾ ਬਣਦਾ। ਕਹਿੰਦੇ ਜਿਸ ਅੰਤਰ ਪ੍ਰੀਤ ਲੱਗੈ, ਜਿਹਦੇ ਅੰਦਰ ਪ੍ਰੀਤ ਲੱਗ ਗਈ, ਸੋ ਮੁਕਤਾ, ਉਹ ਮੁਕਤ ਹੋ। ਹੁਣ ਕਿੰਨਾ ਤੋਂ ਉਹ ਮਾਇਆ ਕਾਰਨ ਪਿੜ ਬੰਨ ਕੇ ਨਹੀਂ ਨੱਚਦੇ, ਉਹ ਮੁਕਤ ਹੋ ਗਏ ਨਾ। ਮੁਕਤ ਇੱਥੇ ਭਾਵ ਬੰਧਨਾਂ ਤੋਂ ਆਜ਼ਾਦ ਹੋ ਜਾਣਾ, ਖਲਾਸ ਹੋ ਜਾਣਾ। ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਜੁਗਤਾ। ਉਹਨਾਂ ਦੀ ਜਿਹੜੀ ਜੀਵਨ ਜੁਗਤੀ ਹੈ ਨਾ, ਉਹ ਸੱਚੀ ਔਰ ਸੁੱਚੀ ਬਣ ਜਾਂਦੀ ਹੈ। ਰਹਿਣੀ ਬਹਿਣੀ ਚੰਗੀ ਔਰ ਸੋਹਣੀ ਬਣ ਜਾਂਦੀ ਹੈ, ਸੁਚੱਜੀ ਬਣ ਜਾਂਦੀ। ਕਿੰਨਾਂ ਦੀ? ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ। ਹੁਣ ਉੱਥੇ ਇੰਦਰੀ ਵਸ, ਇੰਦਰੀਆਂ ਵਸ 'ਚ ਕਰ ਲਿਓ। ਸਭ ਤੋਂ ਔਖਾ ਕੰਮ ਕੀ? ਇੰਦਰੀਆਂ ਨੂੰ ਵਸ 'ਚ ਕਰਨਾ। ਬੰਦਾ ਜ਼ੋਰ ਜ਼ੋਰ ਲਾ ਕੇ ਅੱਖਾਂ ਨੂੰ ਤੇ ਬੰਦ ਕਰ ਲੈਂਦਾ, ਮੈਂ ਬਾਹਰੋਂ ਨਹੀਂ ਵੇਖਣਾ ਵੀ ਮੇਰੀਆਂ ਅੱਖਾਂ ਵਕਾਰ ਨਾ ਕਮਾਉਣ। ਹੁਣ ਅੱਖਾਂ ਬੰਦ ਕਰ ਲੈ, ਜਿਹੜਾ ਅੰਦਰ ਮਨ ਆਪਣੇ ਵੱਡੇ ਵੱਡੀਆਂ ਅੱਖਾਂ ਖੋਲ ਕੇ ਬੈਠਾ, ਉਹਦਾ ਕੀ ਕਰਾਂਗੇ? ਕੰਨਾਂ ਵਿੱਚ ਤੇ ਬੁੱਝੇ ਦੇ ਕੇ, ਕੰਨਾਂ ਵਿੱਚ ਤੇ ਰੂੰ ਪਾ ਕੇ ਬੰਦਾ ਕਹੇਗਾ ਵੀ ਆਪਾਂ ਨਹੀਂ ਜੀ ਬਾਹਰੋਂ ਸੁਣਦੇ ਕਿਸੇ ਦੀ, ਆਪਾਂ ਤੇ ਕੰਨਾਂ 'ਚ ਰੂੰ ਪਾਈ ਹੈ। ਜਿਹੜਾ ਮਨ ਅੰਦਰ ਕੰਨ ਖੋਲੀ ਬੈਠਾ, ਆਪਣੀ ਜ਼ੁਬਾਨ ਨੂੰ
ਬੰਦਾ ਕਹੇਗਾ ਮੈਂ ਮੌਨ ਵਰਤ ਰੱਖਿਆ ਜੀ, ਅੱਜ ਮੈਂ ਬੋਲਣਾ ਨਹੀਂ, ਜ਼ੁਬਾਨ ਤੋਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ, ਤੇ ਜਿਹੜਾ ਮਨ ਅੰਦਰ ਵਲਵਲੇ ਲਈ ਜਾਂਦਾ ਉਹਦਾ ਕੀ ਕਰਾਂਗੇ? ਅੰਦਰਲੇ ਮਨ ਵਿਚਲੇ ਵਲਵਲੇ ਕੀ ਕਰਨਗੇ? ਆਪਣੇ ਹੱਥਾਂ ਨੂੰ ਸੰਕੋਚ ਲਿਆ ਨਾ ਜੀ, ਆਪਾਂ ਨਹੀਂ ਕਦੇ ਕਿਸੇ ਦਾ ਹੱਕ ਮਾਰਿਆ, ਪਰ ਅੰਦਰੋਂ ਮਨ ਇਹ ਸੁੱਕਾ ਲੰਘ ਜੇ, ਇਹ ਕਿਵੇਂ ਹੋ ਸਕਦਾ? ਵੀ ਜਿਹੜਾ ਬੰਦਾ ਸਾਹਮਣੇ ਤੁਰਿਆ ਜਾਂਦਾ ਹੈ, ਇਹਦਾ ਹੱਕ ਨਾ ਖੋਵਾਂ ਮੈਂ, ਇਹ ਕਿਵੇਂ ਹੋ ਸਕਦਾ? ਆਪਣੇ ਹੱਥ ਸੰਕੋਚ ਲਏ, ਪਰ ਆਪਣੇ ਮਨ ਦੀ ਸੋਚ ਦੂਜੇ ਉੱਤੇ ਥੋਪਤੀ, ਉਹਨੂੰ ਕਹਤਾ ਵੀ ਤੂੰ ਖੋ ਲਿਆ। ਕੀ ਕਰਾਂਗੇ? ਸਤਿਗੁਰੂ ਕਹਿੰਦੇ ਜਿਹੜਾ ਉਹਦੀ ਪ੍ਰੀਤ ਵਿੱਚ ਜੁੜ ਜਾਂਦਾ ਨਾ, ਉਹਦੀ ਪ੍ਰੇਮਾ ਭਗਤੀ ਵਿੱਚ ਲੱਗ ਜਾਂਦਾ, ਇੰਦਰੀ ਵਸ, ਉਹ ਇੰਦਰੇ ਵਸ ਚ ਕਰ ਲੈਂਦਾ। ਮਤਲਬ ਇਉਂ ਕਹਿ ਲਓ ਵੀ ਇੰਦਰੀਆਂ ਦਾ ਜਿਹੜਾ ਰਾਜਾ ਨਾ, ਉਹਨੇ ਉਹ ਰਾਜਾ ਕਾਬੂ ਚ ਕਰ ਲਿਆ। ਤੇ ਰਾਜਾ ਕੌਣ ਹੈ? ਮਨ। ਉਹਨੇ ਮਨ ਕਾਬੂ ਵਿੱਚ ਕਰ ਲਿਆ। ਜਿਹਦੇ ਅੰਦਰ ਪ੍ਰੀਤ ਲੱਗੀ, ਉਹਨੇ ਆਪਣਾ ਮਨ ਕਾਬੂ ਵਿੱਚ ਕੀਤਾ। ਤੇ ਜਿੱਦਣ ਮਨ ਕਾਬੂ ਵਿੱਚ ਆ ਗਿਆ ਨਾ, ਸਾਹਿਬ ਕਹਿੰਦੇ ਉਦਣ ਰਹਿਣੀ ਤੇ ਬਹਿਣੀ ਉੱਚੀ ਔਰ ਸੁੱਚੀ ਹੋ ਜਾਂਦੀ ਹੈ। ਜੀਵਨ ਜੁਗਤੀ ਚੰਗੀ ਬਣ ਜਾਂਦੀ, ਜੀਵਨ ਜਿਉਣ ਦਾ ਢੰਗ ਚੰਗਾ ਬਣ ਜਾਂਦਾ, ਉਹਦਾ ਜੀਵਨ ਬੜਾ ਇਖਲਾਕ ਬਹੁਤ ਉੱਚਾ ਤੇ ਸੁੱਚਾ ਬਣ ਜਾਂਦਾ ਹੈ। ਫਿਰ ਗੁਰ ਕੈ ਸ਼ਬਦ ਉਹ ਕੀ ਕਰਦਾ ਹੈ? ਗੁਰੂ ਦੇ ਸ਼ਬਦ ਰਾਹੀਂ ਸਦਾ ਹਰ ਧਿਆਏ, ਹਮੇਸ਼ਾ ਹਰੀ ਪ੍ਰਮਾਤਮਾ ਨੂੰ ਧਿਆਉਂਦਾ ਹੈ। ਇਹ ਭਗਤ ਹਰ ਭਾਵਨਿਆ, ਇਹ ਭਗਤੀ ਰੱਬ ਨੂੰ ਚੰਗੀ ਲੱਗਦੀ ਹੈ। ਕਿਹੜੀ? ਜਿੱਥੇ ਇੰਦਰੀਆਂ ਵਸ ਵਿੱਚ ਹੋਣ, ਜਿੱਥੇ ਅਕਾਲ ਪੁਰਖ ਪਰਮੇਸ਼ਵਰ ਦੇ ਚਿੰਤਨ ਵਿੱਚ ਜੀਵ ਜੁੜੇ, ਮਨ ਆਪਣੇ ਕਾਬੂ ਵਿੱਚ ਹੋਵੇ, ਨਾ ਕਿ ਮਨ ਦੇ ਕਾਬੂ ਵਿੱਚ ਅਸੀਂ ਹੋਈਏ। ਜਿੱਥੇ ਮਨ ਦੇ ਕਾਬੂ ਵਿੱਚ ਅਸੀਂ ਆ, ਉੱਥੇ ਕਦੇ ਭਗਤੀ ਰੱਬ ਨੂੰ ਭਾਉਂਦੀ ਨਹੀਂ। ਤੇ ਜਿਹੜਾ ਮਨ ਸਾਡੇ ਕਾਬੂ ਵਿੱਚ ਆ ਜਾਏ, ਉਹ ਕਾਬੂ ਵਿੱਚ ਕੀਤੇ ਹੋਏ ਮਨ ਵਾਲੇ ਦੀ ਭਗਤੀ ਫਿਰ ਰੱਬ ਜੀ ਨੂੰ ਭਾ ਜਾਂਦੀ ਹੈ, ਰੱਬ ਜੀ ਨੂੰ ਚੰਗੀ ਲੱਗਦੀ ਹੈ। ਤੇ ਰੱਬ ਜੀ ਨੂੰ ਉਹੀ ਭਾਉਂਦਾ ਹੈ ਜੋ ਗੁਰੂ ਉਪਦੇਸ਼ ਰਾਹੀਂ ਜੀਵ ਕਮਾਉਂਦਾ ਹੈ, ਗੁਰੂ ਸ਼ਬਦ ਰਾਹੀਂ ਜਿਹੜੀ ਜੀਵਨ ਜਾਚ ਆਪਣੀ ਬਣਾ ਲੈਂਦਾ ਹੈ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾਏ ਕੋਈ। ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਣੀ ਚਿਤ ਲਾਵਣਿਆ। ਸਤਿਗੁਰੂ ਫਿਰ ਅਖੀਰੀ ਪਦੇ ਵਿੱਚ ਆ ਕੇ ਜ਼ਿਕਰ ਕਰ ਰਹੇ, ਕਹਿੰਦੇ ਗੁਰਮੁਖ ਭਗਤ ਜੁਗ ਚਾਰੇ ਹੋਈ। ਕਹਿੰਦੇ ਇਹ ਅਟਲ ਹੈ ਕਿ ਭਗਤੀ ਹਮੇਸ਼ਾ ਗੁਰੂ ਦੇ ਰਾਹੀਂ ਹੁੰਦੀ ਹੈ, ਹਰ ਸਮੇਂ ਵਿੱਚ। ਕੋਈ ਸਮਾਂ ਹੋਵੇ, ਕੋਈ ਹਾਲਾਤ ਹੋਵੇ, ਭਗਤੀ ਗੁਰੂ ਰਾਹੀਂ ਹੁੰਦੀ, ਗੁਰੂ ਤੋਂ ਬਿਨਾਂ ਨਹੀਂ। ਹੋਰਤ ਭਗਤ ਨਾ ਪਾਏ ਕੋਈ। ਹੋਰਤ ਕਿਤੋਂ? ਹੋਰਤ ਮਤਲਬ ਹੋਰ ਥਾਂ ਤੋਂ ਭਗਤੀ ਮਿਲਦੀ ਵੀ ਨਹੀਂ। ਮਤਲਬ ਪ੍ਰੇਮਾ ਭਗਤੀ ਵਿੱਚ ਜੋੜੇਗਾ ਤੇ ਗੁਰੂ ਸਾਹਿਬ ਜੋੜਨਗੇ, ਗੁਰੂ ਉਪਦੇਸ਼ ਜੋੜੇਗਾ ਭਗਤੀ ਵਿੱਚ। ਨਾਨਕ ਹੇ ਨਾਨਕ ਜੀਓ, ਨਾਮ ਗੁਰ ਭਗਤੀ ਪਾਈ ਹੈ। ਗੁਰੂ ਦੀ ਭਗਤੀ ਰਾਹੀਂ ਜਾਂ ਗੁਰੂ ਦੀ ਬਖਸ਼ਿਸ਼ ਸਦਕਾ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤੇ ਉਹ ਕਦੋਂ ਮਿਲਦਾ? ਗੁਰ ਚਰਣੀ ਚਿਤ ਲਾਵਣਿਆ, ਜਦੋਂ ਅਸੀਂ ਆਪਣਾ ਚਿੱਤ ਗੁਰੂ ਦੇ ਚਰਨਾਂ ਵਿੱਚ ਜੋੜ ਲੈਨੇ। ਜੋ ਪਾਵਨ ਉਪਦੇਸ਼ ਅੱਜ ਸਤਿਗੁਰੂ ਜੀ ਸ਼ਬਦ ਦੇ ਰਾਹੀਂ ਸਾਨੂੰ ਬਖਸ਼ ਰਹੇ। ਨਾਲ ਨਾਲ ਆਪਾਂ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਜੀਵਨ ਨੂੰ ਵੀ ਸਾਂਝਿਆਂ ਕਰਦੇ ਚੱਲੀਏ। ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ 8ਵੇਂ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਬੜੇ ਪ੍ਰੇਮ ਪਿਆਰ ਔਰ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ। ਸਭ ਤੋਂ ਪਹਿਲਾਂ ਆਪ ਸਰਬੱਤ ਸੰਗਤ ਨੂੰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਸਤਿਗੁਰੂ ਰਹਿਮਤ ਕਰਨ, ਸਾਡੇ ਸਭਨਾਂ ਦੇ ਜੀਵਨਾਂ ਵਿੱਚ ਮਾਲਕ ਪਾਤਸ਼ਾਹ ਖੁਸ਼ੀਆਂ, ਖੇੜੇ ਔਰ ਆਪਣੀ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਨਿਵਾਜਣ। ਖੈਰ, ਜਦੋਂ ਆਪਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੇ ਜੀਵਨ ਦੀ ਬਾਤ ਕਰਦੇ ਹਾਂ, ਗੁਰੂ ਹਰਿ ਸਾਹਿਬ ਜੀ ਤੇ ਮਾਤਾ ਕ੍ਰਿਸ਼ਨ ਕੌਰ ਜੀ,
ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ, ਇਹਨਾਂ ਨੂੰ ਜਦੋਂ ਇਤਿਹਾਸ ਪੜਾਂਗੇ ਤੇ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਮਾਤਾ ਸੁਲੱਖਣੀ ਜੀ ਕਹਿ ਕੇ ਵੀ ਨਿਵਾਜਿਆ ਜਾਂਦਾ। ਇਹਨਾਂ ਦਾ ਨਾਮ ਸੁਲੱਖਣੀ ਕਰਕੇ ਵੀ ਇਤਿਹਾਸ ਲਿਖਦਾ ਹੈ। ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਤੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਸ਼ੀਸ਼ ਮਹਲ ਅਸਥਾਨ, ਜਿੱਥੇ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਸੰਨ 1651 ਦੇ ਅੰਦਰ ਪ੍ਰਕਾਸ਼ ਲੈਂਦੇ ਨੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਪ੍ਰਕਾਸ਼ ਲੈਂਦੇ ਨੇ, ਮਲਕ ਪਾਤਸ਼ਾਹ ਦਾ ਜਦੋਂ ਪ੍ਰਕਾਸ਼ ਹੋਇਆ ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਇੱਕ ਬਚਨ ਵਰਤਿਆ, ਜਿਹੜੇ ਕਰਮ ਇਹਨਾਂ ਨੇ ਕਰਨੇ ਨੇ ਨਾ, ਉਹ ਸੰਸਾਰ ਉੱਤੇ ਕੋਈ ਨਹੀਂ ਕਰ ਸਕਦਾ। ਜਿਹੜੇ ਕਰਮ ਆਹ ਬਾਲਕ ਜਿਹੜਾ ਅੱਜ ਅਵਤਾਰ ਲੈ ਰਹੇ ਨੇ, ਮਤਲਬ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਅਵਤਾਰ ਲਿਆ, ਉਹਨਾਂ ਦੇ ਅਵਤਾਰ ਲੈਂਦਿਆਂ ਗੁਰੂ ਹਰਿਰਾਏ ਸਾਹਿਬ ਜੀ ਬਚਨ ਕਹਿ ਰਹੇ ਵੀ ਜਿਹੜੇ ਕਰਮ ਇਹਨਾਂ ਕਰਨੇ ਨੇ ਨਾ, ਉਹ ਸੰਸਾਰ ਤੇ ਕੋਈ ਦੂਜਾ ਨਹੀਂ ਕਰ ਸਕਦਾ। ਕਿਉਂਕਿ ਹਰ ਗੁਰੂ ਸਾਹਿਬਾਨ ਦੀ ਜਦੋਂ ਆਪਾਂ ਜੀਵਨ ਸਾਰੇ ਦਾ ਸਾਰਾ ਜੀਵਨੀ ਪੜ੍ਹਦੇ ਹਾਂ ਤੇ ਹਰ ਗੁਰੂ ਸਾਹਿਬਾਨ ਦਾ ਜੀਵਨ ਪੱਖ ਇੱਕ ਵੱਖਰਾ ਹੀ ਹੈ। ਜਿਵੇਂ ਧੰਨ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਵਾਸਤੇ ਦੋਹਿਤਾ ਬਾਣੀ ਕਾ ਬੋਹਿਤਾ ਕਹਿ ਕੇ ਮਾਲਕ ਜੀ ਨੇ ਨਿਵਾਜਿਆ, ਗੁਰੂ ਅਮਰਦਾਸ ਪਾਤਸ਼ਾਹ ਨੇ। ਗੁਰੂ ਹਰਗੋਬਿੰਦ ਸਾਹਿਬ ਵਾਸਤੇ ਭਾਰੀ ਗੁਰ ਕਹਿ ਕੇ ਮਾਲਕ ਪਾਤਸ਼ਾਹ ਜੀ ਨਵਾਜਦੇ ਨੇ। ਇਸੇ ਤਰ੍ਹਾਂ ਹਰ ਗੁਰੂ ਸਾਹਿਬਾਨ ਦੇ ਲਈ। ਤੇ ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਵਾਰੀ ਆਈ ਤੇ ਗੁਰੂ ਹਰਿਰਾਏ ਸਾਹਿਬ ਕਹਿੰਦੇ ਵੀ ਜਿਹੜੇ ਕਾਰਜ ਇਹਨਾਂ ਕਰਨੇ ਉਹ ਦੂਜਾ ਕੋਈ ਨਹੀਂ ਕਰ ਸਕਦਾ। ਔਰ ਸੱਚਮੁੱਚ ਜਿਹੜੇ ਕਾਰਜ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀਤੇ ਨਾ, ਉਹ ਕਾਰਜ ਕੋਈ ਦੂਜਾ ਸੰਸਾਰ ਉੱਤੇ ਨਹੀਂ ਕਰ ਸਕਦਾ। ਸੰਸਾਰ ਉੱਤੇ ਦੂਜਾ ਭਾਵ ਗੁਰੂ ਨਾਨਕ ਸਾਹਿਬ ਦੀ ਜੋਤ ਨੂੰ ਛੱਡ ਕੇ ਦੂਜਾ ਕੋਈ ਨਹੀਂ ਹੈ ਜਿਹੜਾ ਉਹ ਕਾਰਜ ਕਰ ਸਕਦਾ ਹੋਵੇਗਾ। ਇੱਥੇ ਮਤਲਬ ਇਹ ਹੈ ਵੀ ਕਿਉਂਕਿ ਜਿਹੜੀ ਗੁਰੂ ਨਾਨਕ ਦੀ ਜੋਤ ਇਹਨਾਂ ਦੇ ਅੰਦਰ ਟਿਕਣੀ ਹੈ, ਜਿਸ ਸਰੀਰਕ ਉਮਰ ਵਿੱਚ ਟਿਕਣੀ ਹੈ, ਉਹ ਕੋਈ ਹੋਰ ਸੰਸਾਰ ਤੇ ਨਹੀਂ ਕਰ ਸਕਦਾ। ਤੇ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣ ਕੇ ਉਹ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋ ਕੇ ਜਿਹੜੇ ਫੈਸਲੇ ਇਹਨਾਂ ਨੇ ਲੈਣੇ ਨੇ, ਉਹ ਫੈਸਲੇ ਕੋਈ ਦੂਜਾ ਨਹੀਂ ਲੈ ਸਕਦਾ। ਜਿਹੜੀ ਦ੍ਰਿੜਤਾ ਔਰ ਜਿਹੜਾ ਇਹਨਾਂ ਨੇ ਆਪਣੇ ਅਟੱਲ ਬਚਨਾਂ ਉੱਤੇ ਅਟੱਲ ਰਹਿਣ ਦਾ ਪਹਿਰਾ ਇਹਨਾਂ ਨੇ ਦੇਣਾ, ਉਹ ਸੰਸਾਰ ਉੱਤੇ ਕੋਈ ਦੂਜਾ ਨਹੀਂ ਦੇ ਸਕਦਾ। ਔਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਪ੍ਰਕਾਸ਼ ਲਿਆ 1651, ਸਾਰੀ ਦੀ ਸਾਰੀ ਸਾਂਭ ਸੰਭਾਲ ਦੇਖ ਰੇਖ ਜਾਂ ਜਿੰਨੀ ਵੀ ਪਰਵਰਿਸ਼ ਹੈ ਉਹ ਗੁਰੂ ਹਰਿਰਾਏ ਸਾਹਿਬ ਦੀ ਨਿਗਰਾਨੀ ਵਿੱਚ ਹੋਈ। ਧੰਨ ਗੁਰੂ ਹਰਿਰਾਏ ਪਾਤਸ਼ਾਹ ਜੀ ਦੀ ਨਿਗਰਾਨੀ ਵਿੱਚ ਹੀ ਸਾਰਾ ਵਿੱਦਿਆ ਦਾ ਪ੍ਰਬੰਧ ਹੋਇਆ। ਤਕਰੀਬਨ ਆਪਾਂ ਪੜ੍ਹਦੇ ਹਾਂ ਇਤਿਹਾਸ ਵਿੱਚ, ਆਪ ਸੰਗਤ ਨੇ ਕਈ ਵਾਰ ਸੁਣਿਆ ਵਿਚਾਰਿਆ ਵੀ ਹੈ, ਜਿਹਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਤਕਰੀਬਨ ਉਦੋਂ 5 ਸਾਲਾਂ ਦੀ ਉਮਰ ਹੈ ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣਦੇ। ਗੁਰੂ ਨਾਨਕ ਜੋਤ ਜਿੱਦਣ ਦੇਹੀ ਵਿੱਚ ਗੁਰੂ ਹਰਿਰਾਏ ਸਾਹਿਬ ਟਿਕਾਉਂਦੇ ਨੇ, 5 ਸਾਲਾਂ ਦੀ ਉਮਰ ਹੈ। ਇਦੋਂ ਪਹਿਲਾਂ ਗੁਰੂ ਨਾਨਕ ਜੋਤ ਤੋਂ ਪਹਿਲਾਂ ਜੀਵਨ ਜਾਚ, ਕਿਉਂਕਿ ਸਾਰੀ ਸਾਂਭ ਸੰਭਾਲ ਗੁਰੂ ਹਰਿਰਾਏ ਸਾਹਿਬ ਦੀ ਦੇਖ ਰੇਖ ਹੇਠ ਹੋਈ। ਆਪਣੇ ਪਿਤਾ ਜੀ ਨੂੰ ਰੋਜ਼ ਵੇਖਣਾ, ਉਹਨਾਂ ਦਾ ਨੇਮ ਕੀ ਹੈ, ਆਪਣੇ ਪਿਤਾ ਜੀ ਦੇ ਸੁਭਾਅ ਨੂੰ ਵੇਖਣਾ ਵੀ ਉਹਨਾਂ ਦਾ ਸੁਭਾਅ ਕਿੰਨਾ ਕੋਮਲਤਾ ਨਾਲ ਭਰਿਆ ਹੋਇਆ, ਵੀ ਉਹ ਤੇ ਕਿਸੇ ਦਾ ਮਾੜਾ ਕਰਨਾ ਤੇ ਬੜੀ ਦੂਰ ਦੀ ਗੱਲ ਹੈ। ਉਹ ਤੇ ਕਿਤੇ ਟਾਹਣੀਓਂ ਫੁੱਲ ਟੁੱਟ ਜਾਏ, ਉਹਨਾਂ ਦਾ ਹਿਰਦਾ ਫਿਰ ਕੁਮਲਾ, ਉਹ ਹਿਰਦੇ ਕਰਕੇ ਮਾਯੂਸ ਹੋ ਜਾਂਦੇ ਨੇ ਜੇ ਕਿਤੇ ਉਹਨਾਂ ਦੇ ਕੋਲੋਂ ਟਾਹਣੀ ਨਾਲੋਂ ਫੁੱਲ ਵੀ ਟੁੱਟ ਜਾਂਦਾ ਹੈ। ਉਹ ਕੋਮਲਤਾ ਜਿਹੜੀ ਗੁਰੂ ਹਰਿਰਾਏ ਸਾਹਿਬ ਦੇ ਹਿਰਦੇ ਵਿੱਚ ਹੈ, ਉਹੀ ਕੋਮਲਤਾ ਗੁਰੂ ਪਿਤਾ ਦੇ ਕੋਲੋਂ ਗੁਰੂ ਹਰਕ੍ਰਿਸ਼ਨ ਸਾਹਿਬ ਲੈਂਦੇ। ਜਿਹੜੀ ਦ੍ਰਿੜਤਾ, ਜਿਹੜਾ ਵਿਸ਼ਵਾਸ ਔਰ ਜਿਹੜੇ ਪਰਪੱਕ ਬਚਨਾਂ ਉੱਤੇ ਅਟੱਲ ਰਹਿਣ ਦਾ ਪਹਿਰੇ ਦੀ ਜਿਹੜੀ ਬਾਤ ਹੈ, ਉਹ ਵੀ ਧੰਨ ਗੁਰੂ ਹਰਿਰਾਏ ਸਾਹਿਬ ਜੀ ਕੋਲੋਂ ਸਿੱਖਿਆ। ਫਿਰ ਆਪਣੇ ਪਿਤਾ ਜੀ ਕੋਲੋਂ ਤਾਕਤ ਦਾ ਇਸਤੇਮਾਲ ਕਰਨ ਦਾ ਢੰਗ ਵੀ ਸਿੱਖਿਆ। ਕਿਉਂਕਿ ਜਦੋਂ ਧੰਨ ਗੁਰੂ ਹਰਿਰਾਏ ਸਾਹਿਬ ਦਾ ਜੀਵਨ ਪੜ੍ਹਦੇ ਆ ਨਾ, ਤੇ ਗੁਰੂ ਹਰਿਰਾਏ ਪਾਤਸ਼ਾਹ ਜੀ ਦਾ ਜੀਵਨ ਗਵਾਹੀ ਭਰਦਾ ਹੈ ਕਿ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਨਾਲ ਤਕਰੀਬਨ 2200 ਘੋੜ ਸਵਾਰ ਹਰ ਵੇਲੇ ਰੱਖਦੇ ਨੇ।
2200 ਘੋੜ ਸਵਾਰ, ਔਰ ਉਹ ਘੋੜ ਸਵਾਰ ਉਹ ਯੋਧੇ ਵੀ ਐਸੇ ਨੇ ਵੀ ਜਿਨ੍ਹਾਂ ਨੂੰ ਵੇਖ ਕੇ ਵੈਰੀ ਕੰਬ ਉੱਠਦਾ, ਜਿਨ੍ਹਾਂ ਦੀ ਤਾਕਤ ਦਾ ਅੰਦਾਜ਼ਾ ਲਾਉਣਾ ਤੇ ਬੜੀ ਦੂਰ ਦੀ ਗੱਲ ਹੈ, ਜਿਨ੍ਹਾਂ ਦੇ ਮੁਖ, ਜਿਨ੍ਹਾਂ ਦਾ ਸਰੀਰਕ ਬਲ ਸੁਣ ਕੇ ਵੀ ਵੈਰੀ ਕੰਬ ਉੱਠਦੇ, ਉਹ ਤਾਕਤ ਹੋਣ ਦੇ ਬਾਵਜੂਦ ਵੀ ਕਦੇ ਕਿਸੇ ਦਾ ਮਾੜਾ ਨਾ ਚਿਤਵਣਾ, ਨਾ ਹੀ ਕਦੇ ਕਿਸੇ ਉੱਤੇ ਵਧੀਕੀ ਕਰਨੀ। ਇਹ ਸਾਰਾ ਕੁਝ ਗੁਰੂ ਹਰਿਰਾਏ ਸਾਹਿਬ ਤੋਂ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਸਿੱਖਦੇ ਨੇ। ਗੁਰਤਾ ਗੱਦੀ ਦੇ ਉੱਤੇ ਜਦੋਂ ਬਿਰਾਜਮਾਨ ਹੋਏ ਨਾ ਸਤਿਗੁਰੂ ਜੀ, ਕੁਝ ਕੁ ਬਚਨ ਜਿਹੜੇ ਗੁਰੂ ਹਰਿਰਾਏ ਸਾਹਿਬ ਨੇ ਆਪਣੀ ਰਸਨਾ ਤੋਂ ਕੀਤੇ ਹੋਏ ਨੇ। ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਇਨਕਾਰੀ ਹੋਣਾ, ਰਾਮ ਰਾਏ ਜੀ ਦਾ ਸੰਬੰਧ ਔਰੰਗਜ਼ੇਬ ਨਾਲ ਹੋਣ ਕਰਕੇ, ਗੁਰਬਾਣੀ ਦਾ ਨਿਰਾਦਰ ਕਰਨ ਕਰਕੇ ਗੁਰੂ ਨਾਨਕ ਦੇ ਘਰ ਤੋਂ ਉਹਨੂੰ ਖਾਰਜ ਕਰ ਦੇਣਾ। ਇਹ ਸਾਰੀਆਂ ਜਿਹੜੀਆਂ ਬਾਤਾਂ ਇਹਨਾਂ ਦੇ ਉੱਤੇ ਗੁਰੂ ਹਰਕ੍ਰਿਸ਼ਨ ਸਾਹਿਬ ਅਟੱਲ ਨੇ। ਔਰ ਜੀਵਨ ਪੜ੍ਹੋ, ਜਦੋਂ ਗੁਰਤਾ ਗੱਦੀ ਉੱਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਿਰਾਜਮਾਨ ਹੁੰਦੇ ਨੇ ਨਾ, ਤੇ ਬਿਰਾਜਮਾਨ ਹੋਣ ਤੋਂ ਬਾਅਦ ਚ ਔਰੰਗਜ਼ੇਬ ਜ਼ੋਰ ਲਾ ਲੈਂਦਾ ਕਿ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਾਂ, ਪਰ ਸਤਿਗੁਰੂ ਇਨਕਾਰ ਕਰ ਦਿੰਦੇ ਵੀ ਔਰੰਗਜ਼ੇਬ, ਅਸੀਂ ਆਪਣੇ ਗੁਰੂ ਪਿਤਾ ਜੀ ਦੇ ਬਚਨਾਂ ਤੋਂ, ਜਾਂ ਜਿਹੜੇ ਬਚਨ ਗੁਰੂ ਰਸਨਾ ਤੋਂ ਹੋਏ ਨੇ ਉਹ ਅਟੱਲ ਨੇ, ਉਹਨਾਂ ਤੋਂ ਅਸੀਂ ਕਦੇ ਮੁਨਕਰ ਨਹੀਂ ਹੋਵਾਂਗੇ। ਕਿਉਂਕਿ ਔਰੰਗਜ਼ੇਬ ਦੀ ਸੋਚ ਸੀ ਵੀ ਅਜੇ ਸਰੀਰਕ ਉਮਰ ਬੜੀ ਥੋੜੀ ਜਿਹੀ ਹੈ, ਭੈ ਰੱਖਣਗੇ, ਡਰ ਰੱਖਣਗੇ, ਤੇ ਹੋ ਸਕਦਾ ਮੇਰਾ ਭੈ ਤੇ ਡਰ ਰੱਖਦਿਆਂ ਹੋਇਆਂ ਮੈਨੂੰ ਦਰਸ਼ਨ ਦੇਣ ਨੂੰ ਮੰਨ ਜਾਣ, ਪਰ ਸਤਿਗੁਰੂ ਇਨਕਾਰੀ ਰਹੇ। ਖੈਰ, ਇਹ ਤੇ ਜਿਹੜੀ ਉਹਨਾਂ ਦੇ ਜੀਵਨ ਵਿਚਲੀ ਦ੍ਰਿੜਤਾ, ਜਿੱਥੋਂ ਆਪਾਂ ਆਰੰਭ ਕੀਤਾ ਵੀ ਜਿਹੜੇ ਕਰਮ ਇਹਨਾਂ ਕਰਨੇ ਨੇ ਨਾ, ਉਸ ਸੰਸਾਰ ਤੇ ਕੋਈ ਦੂਜਾ ਨਹੀਂ ਕਰ ਸਕਦਾ। ਇੱਕ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ, ਮਾਲਕ ਦੇ ਦਰ, ਇਹ ਗੁਰੂ ਨਾਨਕ ਦੇ ਘਰ ਦੀ ਨਾ ਇੱਕ ਖਾਸੀਅਤ ਹੈ ਵੀ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਸਾਹਿਬ ਆ ਕੇ ਟਿਕ ਜਾਂਦੇ ਨੇ, ਤੇ ਫਿਰ ਇਹ ਨਹੀਂ ਵੀ ਨੇੜੇ ਨੇੜੇ ਦੇ ਇਲਾਕਿਆਂ ਦੀਆਂ ਸੰਗਤਾਂ ਆਈ ਜਾਂਦੀਆਂ ਮਾਲਕ ਦੇ ਦਰਸ਼ਨ, ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ। ਉਹਨਾਂ ਵੇਲਿਆਂ ਤੋਂ ਹੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ, ਗੁਰੂ ਅਮਰਦਾਸ ਸਾਹਿਬ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੀ ਦੂਰ ਦੁਰਾਡਿਓਂ ਚੱਲ ਕੇ ਆਉਂਦੀਆਂ। ਇਸੇ ਤਰ੍ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੇ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀ। ਇੱਥੋਂ ਤੱਕ ਪੇਸ਼ਾਵਰ ਦਾ ਇਲਾਕੇ ਵਿੱਚੋਂ ਵੀ ਸੰਗਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ। ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਜੱਥੇ ਬਣਾ ਬਣਾ ਕੇ ਆਉਂਦੀਆਂ ਨੇ। ਪੇਸ਼ਾਵਰ ਦੇ ਇਲਾਕੇ ਵਿੱਚੋਂ ਇੱਕ ਜਥਾ ਚੱਲ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਾ। ਉਹਨਾਂ ਦੇ ਵਿੱਚ ਇੱਕ ਮਨੁੱਖ ਨਾਲ ਰਲ ਜਾਂਦਾ ਜਥੇ ਦੇ, ਜਿਹਦਾ ਨਾਂ ਇਤਿਹਾਸ ਨੇ ਜਸਵੰਤ ਰਾਏ ਕਰਕੇ ਲਿਖਿਆ। ਇਹ ਉਸ ਜਥੇ 'ਚ ਰਲ ਗਿਆ। ਇਹਦੇ ਰਲ ਜਾਣ ਦਾ ਕਾਰਨ ਇਹ ਸੀ, ਇਹਦੀ ਆਦਤ ਔਰ ਇਹਦਾ ਸੁਭਾਅ ਚੋਰੀ ਦਾ ਸੀ, ਜਿਸ ਕਰਕੇ ਇਹ ਹਰ ਵਕਤ ਜਸਵੰਤ ਰਾਏ ਜੀ ਇਸ ਤਲਾਸ਼ ਵਿੱਚ ਰਹਿੰਦੇ, ਭਾਰੀ ਇਕੱਠ ਕਿੱਥੋਂ ਹੀ ਮਿਲੇ ਤੇ ਮੈਨੂੰ ਲੋਕਾਂ ਦੀਆਂ ਜੇਬਾਂ ਕੱਟਣੀਆਂ ਸੌਖੀਆਂ ਹੋ ਜਾਣ। ਜਦੋਂ ਸੰਗਤ ਦਾ ਜਥਾ ਵੇਖਿਆ ਬਹੁਤ ਵੱਡਾ ਇਕੱਠ ਸੀ, ਉਹਨਾਂ ਨਾਲ ਰਲ ਗਏ। ਜਦੋਂ ਉਹਨਾਂ ਨਾਲ ਰਲੇ ਤੇ ਮਨ ਅੰਦਰ ਇੱਕ ਵਿਚਾਰ ਪੈਦਾ ਹੋਈ ਵੀ ਮੈਂ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੇ ਚੱਲਦਾ, ਉੱਥੇ ਤੇ ਬਹੁਤ ਇਕੱਠ ਹੋਏਗਾ, ਉੱਥੇ ਮੈਨੂੰ ਲੋਕਾਂ ਦੀਆਂ ਜੇਬਾਂ ਕੱਟਣੀਆਂ ਸੌਖੀਆਂ ਹੋ ਜਾਣਗੀਆਂ। ਆਹ ਬਿਰਤੀ ਲੈ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੇ ਚੱਲੇ। ਜਿਹੜਾ ਕਰਮ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਰਨੇ ਉਹ ਦੂਜਾ ਨਹੀਂ ਕਰ ਸਕਦਾ। ਸਤਿਗੁਰੂ ਦੇ ਦਰ ਉੱਤੇ ਜਸਵੰਤ ਰਾਏ ਜੀ ਬਿਰਤੀ ਲੈ ਕੇ ਚੱਲੇ ਜੇਬਾਂ ਕੱਟਣ ਦੀ, ਵੀ ਮੈਂ ਉੱਥੇ ਪਹੁੰਚਣਾ, ਭੀੜ ਬੜੀ ਹੋਣੀ ਹੈ, ਸੰਗਤਾਂ ਦਾ ਇਕੱਠ ਬੜਾ ਹੋਏਗਾ ਤੇ ਆਪਾਂ ਮੌਕੇ ਦੀ ਸੰਭਾਲ ਕਰਾਂਗੇ। ਮੌਕੇ ਦੀ ਸੰਭਾਲ ਕਰਦਿਆਂ ਆਪਾਂ ਲੋਕਾਂ ਦੀਆਂ ਜੇਬਾਂ ਵੱਢਾਂਗੇ। ਪਿੰਡਾ ਤੈਅ ਕੀਤਾ, ਮਾਰਗ ਤੈਅ ਕੀਤਾ, ਬੜੀ ਦੂਰੋਂ ਚੱਲ ਕੇ ਆਏ।
ਜਿਸ ਜਥੇ ਵਿੱਚ ਆਏ ਨੇ ਨਾ, ਉਹ ਜਥਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰ ਰਿਹਾ। ਭਾਈ ਜਸਵੰਤ ਰਾਏ ਜੀ ਦੀ ਵੀ ਵਾਰੀ ਆ ਗਈ, ਇਹਨਾਂ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਜਸਵੰਤ ਰਾਏ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਸੀਸ ਰੱਖਦੇ, ਮਾਲਕ ਰਸਨਾ ਤੋਂ ਇੱਕ ਬਚਨ ਵਰਤਦੇ, ਚੋਰ ਕੀ ਹਮ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਸਿਰਫ ਇੱਕੋ ਲਫ਼ਜ਼। ਹੁਣ ਚੋਰ ਨੂੰ ਆਪਣਾ ਪਾਲਾ, ਮਾਲਕ ਨੇ ਤੇ ਬਾਣੀ ਦਾ ਬਚਨ ਕੀਤਾ। ਹੁਣ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਤਿਗੁਰੂ ਜੀ ਨੇ, ਕਿਉਂਕਿ ਜਿੱਥੇ ਸਾਰੀ ਸੰਗਤ ਨੂੰ ਉਪਦੇਸ਼ ਦੇ ਰਹੇ, ਉੱਥੇ ਮਾਲਕ ਪਾਤਸ਼ਾਹ ਜੀ ਦਾ ਮਕਸਦ ਤੇ ਸੀ ਵੀ ਆ ਜਿਹੜਾ ਹੁਣ ਅੱਗੇ ਸਿਰ ਨਵਾ ਰਿਹਾ ਨਾ, ਇਹੀ ਬਿਰਤੀ ਲੈ ਕੇ ਆਇਆ। ਤੇ ਬਾਪੂ ਜੀ ਕੀ ਕਹਿ ਰਹੇ, ਚੋਰ ਕੀ ਹਮ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਉਹ ਅੰਦਰ ਟੋਂਬਿਆ ਗਿਆ, ਵਿਆਹ ਕੀ, ਮੈਂ ਤੇ ਕਿਸੇ ਨੂੰ ਦੱਸਿਆ ਨਹੀਂ, ਕਿਉਂਕਿ ਜੇ ਦੱਸ ਦਿੰਦਾ ਤੇ ਮੈਨੂੰ ਨਾਲ ਨਹੀਂ ਸੀ ਲਿਆਉਣਾ, ਤੇ ਨਾ ਹੀ ਮੈਂ ਅਜੇ ਤੱਕ ਇੱਥੇ ਕਿਸੇ ਦੀ ਜੇਬ ਵੱਢੀ ਹੈ। ਮੈਂ ਤੇ ਅਜੇ ਮਨ 'ਚ ਲੈ ਕੇ ਬੈਠਾ ਵੀ ਆਪਾਂ ਜੇਬ ਵੱਢਣੀ ਹੈ। ਜਦੋਂ ਸਤਿਗੁਰੂ ਦੀ ਰਸਨਾ ਤੋਂ ਬਚਨ ਸੁਣੇ ਨਾ, ਤੇ ਜਸਵੰਤ ਰਾਏ ਜੀ ਨੇ ਆਪਣਾ ਸੀਸ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਰੱਖਿਆ। ਮੁੜ ਕੇ ਚਿੱਤ ਕਰਦਾ ਨਹੀਂ, ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਤੋਂ ਸੀਸ ਚੁੱਕਾਂ, ਹੁਣ ਚਿੱਤ ਨਹੀਂ ਕਰਦਾ। ਤੇ ਮਾਲਕ ਪਾਤਸ਼ਾਹ ਨੇ ਨਾ ਆਪ ਬਖਸ਼ਿਸ਼ ਕਰਕੇ ਨਿਵਾਜਿਆ, ਆਵਾਜ਼ ਮਾਰ ਕੇ ਸਤਿਗੁਰੂ ਸੰਬੋਧਨ ਕਰਕੇ ਉਠਾਉਂਦੇ। ਤੇ ਜਸਵੰਤ ਰਾਏ ਜੀ ਦੇ ਹੱਥ ਜੁੜੇ ਤੇ ਮਾਲਕ ਜੀ ਨੂੰ ਕਹਿੰਦੇ ਵੀ ਸਤਿਗੁਰੂ, ਭੁੱਲਾਂ ਬਹੁਤ ਕੀਤੀਆਂ, ਲੋਕਾਂ ਨੂੰ ਲੁੱਟਿਆ ਵੀ ਬੜਾ, ਤੇ ਅੱਜ ਤੇਰੇ ਦਰ ਤੇ ਵੀ ਇਹੋ ਸੋਚ ਲੈ ਕੇ ਪਹੁੰਚਿਆ ਸਾਂ। ਮੈਂ ਕੋਈ ਪ੍ਰੇਮ ਕਰਕੇ ਨਹੀਂ ਆਇਆ ਤੁਹਾਡੇ ਦਰ ਤੇ, ਕੋਈ ਭਾਵਨਾ ਕਰਕੇ, ਕੋਈ ਸਿੱਖੀ ਕਮਾਉਣ ਨਹੀਂ ਮੈਂ ਆਇਆ। ਮੈਂ ਤੇ ਇਹੀ ਮਤ ਲੈ ਕੇ ਆਇਆ ਸਾਂ ਵੀ ਇੱਥੇ ਜਾ ਕੇ ਵੀ ਆਪਾਂ ਲੋਕਾਂ ਨੂੰ ਲੁੱਟਣਾ ਹੈ। ਪਰ ਸਤਿਗੁਰੂ ਕਿਰਪਾ ਕਰੋ, ਆਪ ਬਖਸ਼ਣਹਾਰ ਹੋ, ਬਖਸ਼ਿੰਦੋ। ਤੇ ਆਪ ਜੀ ਕਿਰਪਾ ਕਰਕੇ ਆਪਣੇ ਇਸ ਨਿਮਾਣੇ ਜਿਹੇ ਸੇਵਕ ਨੂੰ ਆਪਣਾ ਪ੍ਰੇਮ ਬਖਸ਼ੋ, ਆਪਣਾ ਪਿਆਰ ਬਖਸ਼ੋ, ਤੇ ਆਪਣਾ ਪਿਆਰ ਬਖਸ਼ ਕੇ ਕੀਤੇ ਔਗਣਾ ਤੋਂ ਵੀ ਬਖਸ਼ ਲਓ, ਤੇ ਆਪਣਾ ਸਿਧਾਂਤ ਔਰ ਉਪਦੇਸ਼ ਬਖਸ਼ੋ। ਔਰ ਬਾਪੂ ਜੀ ਨੇ ਨਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਨਿਵਾਜਿਆ। ਮਾਲਕ ਪਾਤਸ਼ਾਹ ਜੀ ਜਦੋਂ ਨਵਾਜਦੇ ਨਾ, ਤੇ ਸਤਿਗੁਰੂ ਜੀ ਨੇ ਦਸਾਂ ਨੌਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਔਰ ਇਤਿਹਾਸ ਗਵਾਹੀ ਭਰਦਾ ਹੈ ਕਿ ਜਿੰਨੀ ਉਮਰ ਗੁਜ਼ਰ ਚੁੱਕੀ ਸੀ ਨਾ, ਉਦੋਂ ਬਾਅਦ ਵਿੱਚੋਂ ਸਾਰੀ ਦੀ ਸਾਰੀ ਉਮਰ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਕਮਾਉਂਦਿਆਂ, ਗੁਰੂ ਨਾਨਕ ਦੇ ਘਰ ਦੀ ਸੇਵਾ ਕਮਾਉਂਦਿਆਂ, ਦਸਾਂ ਨੌਆਂ ਦੀ ਕਿਰਤ ਕਰਦਿਆਂ, ਜਿਹੜਾ ਕਦੇ ਲੋਕਾਂ ਨੂੰ ਲੁੱਟ ਲੁੱਟ ਕੇ ਤੇ ਲੋਕਾਂ ਦੀਆਂ ਜੇਬਾਂ ਵੱਢ ਵੱਢ ਕੇ ਆਪਣਾ ਗੁਜ਼ਰਾਨ ਕਰਦਾ ਸੀ, ਹੁਣ ਆਪਣਾ ਗੁਜ਼ਰਾਨ ਤੇ ਕਰਦਾ ਹੀ ਕਰਦਾ ਹੈ, ਪਰ ਲੋਕਾਂ ਨੂੰ ਵੀ ਆਪਣੇ ਹੱਥੋਂ ਦੇ ਦੇ ਕੇ ਨਿਵਾਜਦਾ, ਲੋਕਾਂ ਦੀ ਮਦਦ ਔਰ ਲੋਕਾਂ ਦੀ ਸਹਾਇਤਾ ਉੱਤੇ ਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਬਖਸ਼ਿਸ਼। ਫਿਰ ਸਾਹਿਬ ਦੇ ਦਰ ਉੱਤੇ ਸਿੱਖਾਂ ਦੀ ਗਿਣਤੀ ਬਹੁਤ ਹੈ। ਨਿਤਾ ਪ੍ਰਤੀ ਸਾਹਿਬ ਦੇ ਦਰ ਉੱਤੇ ਨਾ ਬੇਅੰਤ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ। ਔਰ ਜੇ ਅੱਜ ਦੀ ਗੱਲ ਕਰਾਂਗੇ ਤੇ ਅੱਜ ਵੀ ਇਸੇ ਤਰ੍ਹਾਂ ਹੀ ਹੈ। ਸਤਿਗੁਰੂ ਦੇ ਦਰ ਤੇ ਰੋਜ਼ ਕਿੰਨੇ ਸੰਗਤਾਂ ਸਿੱਖ ਚੱਲ ਕੇ ਆਉਂਦੇ। ਪਰ ਖਿਮਾ ਕਰਿਓ, ਮੈਂ ਇਹ ਲਫ਼ਜ਼ ਵਰਤ ਰਿਹਾ, ਹੱਥ ਜੋੜ ਕੇ ਮੁਆਫੀ ਮੰਗਦਾ। ਹਰ ਮਨੁੱਖ ਚੰਗੀ ਸੋਚ ਲੈ ਕੇ ਨਹੀਂ ਜੇ ਆਉਂਦਾ। ਆਉਂਦੇ ਅੱਜ ਵੀ ਬਹੁਤ ਨੇ, ਪਰ ਹਰ ਮਨੁੱਖ ਚੰਗੀ ਸੋਚ ਲੈ ਕੇ ਨਹੀਂ ਆਉਂਦਾ। ਕਿਤੇ ਨਾ ਕਿਤੇ ਸਾਡੀ ਸੋਚ ਅਜੇ ਵੀ ਵਿਕਾਰਾਂ ਦੇ ਅੰਦਰ ਉਲਝੀ ਹੋਈ ਹੈ। ਅਸੀਂ ਵਿਕਾਰਾਂ 'ਚ ਅਜੇ ਵੀ ਗਲਤਾਨ ਆ। ਇਸੇ ਤਰ੍ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਉੱਤੇ ਸਿੱਖ ਸੰਗਤਾਂ ਚੱਲ ਕੇ ਆਈਆਂ
ਤੇ ਬਾਪੂ ਜੀ ਦੇ ਦਰ ਤੇ ਇੱਕ ਸਿੱਖ ਆਉਂਦਾ ਜਿਹਦਾ ਨਾਂ ਇਤਿਹਾਸ ਨੇ ਭਾਈ ਗੇਂਦਾ ਮੱਲ ਲਿਖਿਆ। ਇਹ ਚੱਲ ਕੇ ਆਇਆ। ਜੀਵਨ ਇਹਦਾ ਵੀ ਬੜਾ ਵਿਕਾਰੀ ਹੈ। ਜਦੋਂ ਸਤਿਗੁਰੂ ਦੇ ਦਰ ਤੇ ਆਉਂਦਾ ਨਾ, ਇਹਦੀ ਮੱਤ ਤੇ ਇਹਦੀ ਬਿਰਤੀ ਨਸ਼ੇ ਵਿੱਚ ਗਲਤਾਨ ਹੈ। ਸ਼ਰਾਬ ਵੀ ਪੀਂਦਾ ਹੈ ਤੇ ਜੂਆ ਵੀ ਖੇਡਦਾ ਹੈ ਗੇਂਦਾ ਮੱਲ ਜੀ। ਪਰ ਗੁਰੂ ਨਾਨਕ ਦੇ ਘਰ ਦੀ ਕੋਸ਼ਿਸ਼ ਇਹ ਹੈ ਵੀ ਸਿੱਖ ਜਿਹੜਾ ਨਾ, ਉਹ ਨਾ ਤੇ ਕਿਸੇ ਦਾ ਗੁਲਾਮ ਬਣਦਾ ਔਰ ਨਾ ਕਿਸੇ ਉੱਤੇ ਅਤਿਆਚਾਰ ਕਰਦਾ, ਨਾ ਜ਼ੁਲਮ ਕਰਦਾ। ਝੂਠੇ ਮਦ ਦਾ ਸੇਵਨ ਕਰਨਾ ਤੇ ਬੜੀ ਦੂਰ ਦੀ ਗੱਲ ਹੈ। ਇਤਿਹਾਸਕਾਰ ਇੱਥੋਂ ਤੱਕ ਲਿਖਦੇ ਵੀ ਸਤਿਗੁਰੂ ਪਾਤਸ਼ਾਹ ਜੀ ਦਾ ਸੁਭਾਵ ਐਸਾ ਵੀ ਮਾਲਕ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਐਸੀ ਬਿਰਤੀ ਦਿੱਤੀ, ਕਿਸੇ ਮਨੁੱਖ ਨੂੰ ਤੇ ਆਪਣੀ ਕੈਦ ਵਿੱਚ ਕੀ ਰੱਖਣਾ, ਕਿਸੇ ਪੰਛੀ ਨੂੰ ਵੀ ਪਿੰਜਰੇ 'ਚ ਪਾ ਕੇ ਨਹੀਂ ਰੱਖਣਾ। ਮਾਲਕ ਜੀ ਨੇ ਸਿੱਖਾਂ ਨੂੰ ਐਸੀ ਸੋਚ ਦੇ ਕੇ ਨਵਾਜਿਆ। ਹੁਣ ਜਿਹੜਾ ਭੈੜੀ ਮੱਤ ਦਾ ਕੈਦੀ ਬਣ ਜਾਏ, ਉਹਦੇ ਲਈ ਵੀ ਤੇ ਕੋਈ ਨਾ ਕੋਈ ਇਲਾਜ ਚਾਹੀਦਾ ਨਾ, ਆਜ਼ਾਦੀ ਵਾਸਤੇ ਕੁਝ ਨਾ ਕੋਈ ਚਾਹੀਦਾ। ਇਹ ਭਾਈ ਗੇਂਦਾ ਮੱਲ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੇ ਆਏ ਤੇ ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿ ਇਹਨਾਂ ਦੀ ਮੱਤ ਨਸ਼ੇ ਵਿੱਚ ਗਲਤਾਨ ਹੈ, ਜਾਂ ਇਉਂ ਕਹਿ ਲਓ ਮੱਤ ਨਸ਼ੇ ਦੀ ਆਦੀ ਹੈ। ਮਨ ਅਜੇ ਵੀ ਜੂਆ ਦਾ ਆਦੀ ਹੈ। ਕੈਦ ਵਿੱਚ ਨੇ, ਇਹ ਨਸ਼ੇ ਦੀ ਕੈਦ ਵਿੱਚ ਨੇ, ਭੈੜੀ ਸੋਚ ਦੀ ਕੈਦ ਵਿੱਚ ਨੇ। ਸਾਹਿਬ ਦੇ ਦਰ ਤੇ ਆਏ, ਗੁਰੂ ਪਾਤਸ਼ਾਹ ਕੇ ਸੀਸ ਨਵਾਇਆ। ਬਾਪੂ ਜੀ ਨੇ ਰਸਨਾ ਤੋਂ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਗਾਇਨ ਕੀਤਾ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਜਦੋਂ ਆਹ ਲਫ਼ਜ਼ ਸੁਣੇ ਨਾ, ਖਸਮੋਂ ਧੱਕੇ ਖਾਏ, ਤੇ ਭਾਈ ਗੇਂਦਾ ਮੱਲ ਅੰਦਰ ਝਾਤ ਮਾਰਦਾ ਵੀ ਆਇਆ ਤੇ ਮੈਂ ਵੀ ਖਸਮ ਕੋਲ ਆਇਆ ਤੇ ਮੈਂ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਆ। ਮੇਰੇ ਖਸਮ ਮੇਰੇ ਮਾਲਕ ਨੇ। ਤੇ ਸਾਹਿਬ ਦੀ ਰਸਨਾ ਕਹਿ ਰਹੀ ਹੈ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਹਾਲਤ ਤੇ ਮੇਰੀ ਹੈ, ਮੇਰਾ ਵੀ ਤੇ ਆਹੀ ਕੁਝ ਹੈ ਵੀ ਜਦੋਂ ਮੈਂ ਨਸ਼ੇ ਵਿੱਚ ਗਲਤਾਨ ਹੁੰਨਾ, ਉਦੋਂ ਨਾ ਮੈਨੂੰ ਆਪਣੀ ਦੀ ਪਛਾਣ, ਨਾ ਪਰਾਏ ਦੀ ਪਛਾਣ। ਤੇ ਜਿਹਨੂੰ ਆਪਣੇ ਪਰਾਏ ਦੀ ਪਛਾਣ ਨਾ ਹੋਵੇ, ਸਾਹਿਬ ਕਹਿੰਦੇ ਉਹ ਖਸਮ ਤੋਂ ਧੱਕੇ ਖਾਂਦਾ ਹੈ। ਫਿਰ ਨਾ ਗੇਂਦਾ ਮੱਲ ਜੀ ਗੁਰੂ ਸਾਹਿਬ ਅੱਗੇ ਅਰਜ਼ੋਈ ਕਰਦੇ, ਮਾਲਕ ਜੀ ਤੁਸੀਂ ਕਿਰਪਾ ਕਰੋ ਵੀ ਜੀਵਨ ਗਫਲਤਾ ਦੇ ਵਿੱਚ ਗੁਜ਼ਰ ਰਿਹਾ, ਗਫਲਤਾ ਦੇ ਵਿੱਚ ਗੁਜ਼ਰ ਰਿਹਾ। ਵੀ ਜਿਹੜੇ ਲਫ਼ਜ਼ ਤੁਸੀਂ ਆਖ ਰਹੇ ਹੋ ਨਾ, ਕਿਤੇ ਇਹਨਾਂ ਲਫ਼ਜ਼ਾਂ ਨੂੰ ਮੈਂ ਆਪਣੇ ਜੀਵਨ ਵਿੱਚ ਕਮਾ ਲਵਾਂ, ਵੀ ਆਪਣੀ ਮੱਤ ਦੂਰ ਹੋਣ ਤੋਂ ਰੋਕ ਲਵਾਂ। ਜਿਹਨੂੰ ਮਾਲਕ, ਕਿਉਂਕਿ ਪੂਰਾ ਸ਼ਬਦ ਦਾ ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵਸ ਚੱਲੇ, ਸਾਹਿਬ ਕਹਿੰਦੇ ਕੋਈ ਝੂਠਾ ਮਦ ਨਾ ਲਿਆ ਜਾਵੇ ਜਿਹੜਾ ਸਾਡੀ ਮੱਤ ਨੂੰ ਸਾਡੇ ਤੋਂ ਦੂਰ ਕਰਕੇ ਰੱਖਦਾ। ਭਾਈ ਗੇਂਦਾ ਮੱਲ ਗੁਰੂ ਹਰਕ੍ਰਿਸ਼ਨ ਸਾਹਿਬ ਕੋਲੋਂ ਆਪਣੀਆਂ ਭੁੱਲਾਂ ਬਖਸ਼ਾਉਂਦੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੋਂ ਸਿੱਖੀ ਲੈ ਕੇ ਤੇ ਆਪਣੇ ਜੀਵਨ ਵਿੱਚ ਉਹ ਸਿੱਖੀ ਕਮਾਉਂਦੇ ਨੇ। ਫਿਰ ਇਸੇ ਤਰ੍ਹਾਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਜਦੋਂ ਦਿੱਲੀ ਵੱਲ ਨੂੰ ਰਾਜਾ ਜੈ ਸਿੰਘ ਦੇ ਸੱਦੇ ਤੇ ਜਾਂਦੇ, ਉੱਥੇ ਜਾ ਕੇ ਮਾਲਕ ਪਾਤਸ਼ਾਹ ਸਿੱਖ ਸੰਗਤਾਂ ਨੂੰ ਸੰਭਾਲਦੇ। ਜਿਹੜੀ ਲੋਕਾਈ ਕੁਰਲਾ ਰਹੀ, ਤੜਫ ਰਹੀ, ਉਹ ਲੋਕਾਈ ਸਾਰੀ ਦੀ ਸੇਵਾ ਸੰਭਾਲ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਦੀ ਧਰਤੀ ਤੇ ਜਾ ਕੇ ਆਪ ਚੇਚਕ ਦੀ ਬਿਮਾਰੀ ਨਾਲ ਜੂਝ ਰਹੇ ਮਨੁੱਖਾਂ ਦੀ ਸਤਿਗੁਰੂ ਜੀ ਆਪ ਸੇਵਾ ਸੰਭਾਲ ਕਰਦੇ। ਆਪ ਮਾਲਕ ਪਾਤਸ਼ਾਹ ਉਹਨਾਂ ਦੀ ਮਲਮ ਪੱਟੀ, ਦਵਾ ਦਾਰੂ ਦਾ ਪ੍ਰਬੰਧ ਆਪ ਕਰਦੇ ਨੇ। ਉਹ ਦਵਾ ਦਾਰੂ ਦਾ ਪ੍ਰਬੰਧ, ਕਿਉਂਕਿ ਇਹੋ ਕਾਰਨ, ਕਿਉਂਕਿ ਜਦੋਂ ਨਾ ਆਪਾਂ ਸਾਹਿਬ ਜੀ ਦਾ ਜੀਵਨ ਪੜ੍ਹਦੇ ਤੇ ਨਿਤਾ ਪ੍ਰਤੀ ਅਰਦਾਸ ਵਿੱਚ ਆਪਾਂ ਇੱਕ ਲਫ਼ਜ਼ ਪੜ੍ਹਦੇ ਹਾਂ ਵੀ ਸ਼੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁੱਖ ਜਾਏ।
ਵਾਕਈ ਸੱਚਮੁੱਚ ਜੇ ਕਿਤੇ ਸਾਨੂੰ ਆਰਾਧਨਾ ਕਰਨ ਦੀ ਜਾਚ ਆ ਜਾਏ ਨਾ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸਾਡੇ ਅੱਜ ਵੀ ਦੁੱਖ ਕੱਟਦੇ ਨੇ। ਬਾਤ ਹੈ ਸਾਡੀ ਆਰਾਧਨਾ ਦੀ, ਕੀ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇਕਾਗਰਤਾ ਨਾਲ ਇੱਕ ਚਿੱਤ ਹੋ ਕੇ ਆਰਾਧ ਸਕੇ। ਜੇ ਆਰਾਧਦੇ ਹਾਂ ਤੇ ਦਾਅਵਾ ਹੈ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਕਰ ਰਹੇ ਹਾਂ ਕਿ ਗੁਰੂ ਪਾਤਸ਼ਾਹ ਅੱਜ ਵੀ ਦੁੱਖ ਕੱਟਣਗੇ। ਬਸ ਸਾਡੀ ਬਿਰਤੀ ਇੱਕ ਚਿੱਤ ਹੋ ਕੇ ਕਿਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਆਰਾਧਨਾ ਸਿੱਖ ਲੈ। ਮਾਲਕ ਪਾਤਸ਼ਾਹ ਰਹਿਮਤ ਕਰਨ, ਕਿਤੇ ਸਾਹਿਬ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਸਾਨੂੰ ਚੱਲਣ ਦੀ ਜਾਚ ਆ ਜਾਏ, ਕਿਤੇ ਅਸੀਂ ਵੀ ਮਨਾ ਕਰਕੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਆਰਾਧਨਾ ਕਰਨੀ ਸਿੱਖ ਲਈਏ, ਤੇ ਸਤਿਗੁਰੂ ਜੀ ਨੂੰ ਧਿਆਉਂਦਿਆਂ ਹੋਇਆਂ, ਮਾਲਕ ਜੀ ਨੂੰ ਆਰਾਧਦਿਆਂ ਹੋਇਆਂ ਅਸੀਂ ਵੀ ਆਪਣੇ ਜੀਵਨ ਸੁਖ ਭਰਪੂਰ ਬਣਾ ਲਈਏ, ਤੇ ਆਪਣੇ ਇਹਨਾਂ ਮਨੁੱਖਾ ਜੀਵਨਾਂ ਨੂੰ ਸਫਲ ਕਰਕੇ ਸੰਸਾਰ ਤੋਂ ਜਾਈਏ। ਤੇ ਸਾਹਿਬ ਅੱਗੇ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਵਡਿਆਈ ਕਰਦੇ ਹਾਂ। ਆਪਾਂ ਸਾਰੇ ਮਾਲਕ ਜੀ ਅੱਗੇ ਅਰਜ਼ੋਈ ਕਰਨੀ ਕਿ ਸਤਿਗੁਰੂ ਰਹਿਮਤ ਕਰੋ, ਸਾਡੇ ਜੀਵਨਾਂ ਵਿਚਲੀਆਂ ਵੀ ਦੁੱਖ ਔਰ ਤਕਲੀਫਾਂ ਨਾਸ਼ ਹੋ ਜਾਣ, ਤਾਂ ਜੋ ਸਾਡੇ ਵੀ ਜੀਵਨ ਸੁਖ ਭਰਪੂਰ ਬਣ ਜਾਣ, ਤੇ ਉਹਨਾਂ ਸੁਖ ਭਰਪੂਰ ਜੀਵਨਾਂ ਦੇ ਰਾਹੀਂ ਅਸੀਂ ਆਪ ਜੀ ਦੀ ਆਰਾਧਨਾ ਤੇ ਆਪ ਜੀ ਦਾ ਚਿੰਤਨ ਨਿਤਾ ਪ੍ਰਤੀ ਕਰ ਸਕੀਏ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਸਤਿਗੁਰੂ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਆਪ ਸਰਬੱਤ ਸੰਗਤ ਨੂੰ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਕੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾਏ ਕੋਈ। ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਣੀ ਚਿਤ ਲਾਵਣਿਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ।